प्रोग्राम खास खबर देख रहे दर्शकों का स्वागत। मैं हाँ कमलजीत सिद्धू तो तुसीं देख रहे हो द पंजाब टॉक्स चैनल। OTT दोस्तों एक ना मनोरंजन का साधन जरूर बन गया, पर ये अश्लीलता भी परोस रही है। इस दे उत्ते जरूर कार्रवाई होनी चाहिए है, क्योंकि हदों ज़्यादा जो आ वो स्थिति विगड़ती जा रही है। तो दूसरे पासे साडे मुल्क दे विच ना औरतों के उत्ते हिंसा के जिहड़े केस आ उन्हां विच लगातार वाधा हो रहा, किते मारियां जा रही ने, इस तरीके उन्होंने साड़िया जा रहा है, कई तरीकों के नाल उन्हां ते हिंसा की जा रही है। इन्हां मुद्दों ते गलबात करांगे। पहले खबर वाल आउने आ। OTT एक अजिहा प्लेटफार्म है जिथे कि फिल्मां तुहानूं कदे सिनेमे घरां विच जाके देखणियां पैंदियां सीगियां, ओह हुण सिस्टम बिल्कुल बदल गए, क्योंकि आधुनिक तकनीकां आईयां तो सिस्टम बदले आ। हुण तकनीक इदां दी आई आ, उहदे विच OTT प्लेटफार्म भी वो चीज़ आ जिस दे उत्ते हुण बहुतिਆਂ ਨੂੰ सिनेमे जाण ਦੀ ਲੋੜ नहीं, क्योंकि अजकल ਜਿਹੜੀਆਂ ਫਿਲਮਾਂ भी रिलीज़ ਹੁੰਦੀਆਂ ਤੇ ਉਹ OTT प्लेटफार्म ਦੇ ਉੱਤੇ ਹੀ ਕੀਤੀਆਂ ਜਾਂਦੀਆਂ ਸੀ। ਵੱਡੀਆਂ ਫਿਲਮਾਂ ਦਾ ਜ਼ਿਕਰ ਸੁਣਿਆ ਸੀਗਾ, ਜਿਵੇਂ ਕਿ ਪਿੱਛੇ ਜੇ ਅਸੀਂ ਦੇਖਿਆ ਸੀਗਾ ਲਾਲ ਸਿੰਘ ਚੱਢਾ ਫਿਲਮ ਸੀਗੀ ਆਮਿਰ ਖਾਨ ਦੀ, ਉਹਦਾ ਜ਼ਿਕਰ ਸੁਣਿਆ ਸੀਗਾ ਕਿ ਸਾਰੇ ਬੜੇ ਖੁਸ਼ ਹੋ ਗਏ ਕਿ OTT प्लेटफार्म ਦੇ ਉੱਤੇ ਆ ਗਏ। ਜਿਹੜੇ ਲੋਕ ਸਿਨੇਮਾ ਘਰਾਂ ਵਿੱਚ ਜਾ ਕੇ ਨਹੀਂ ਦੇਖ ਸਕਦੇ, ਬੇਸ਼ੱਕ ਕਿ ਡਿਜੀਟਲ ਹੋ ਗਏ ਸਿਨੇਮੇ ਸਾਡੇ, ਉਹਨਾਂ ਨੂੰ OTT ਜਿਹੜਾ ਪਲੇਟਫਾਰਮ ਆ ਤਾਂ ਉਸ ਦੇ ਉੱਤੇ ਦੇਖਣਾ ਘਰ ਦੇ ਵਿੱਚ ਆਸਾਨ ਹੈ। OTT ਪਲੇਟਫਾਰਮ ਜਿੱਥੇ ਇੱਕ ਬਹੁਤ ਵਧੀਆ ਸਹੂਲਤ ਸੀ, ਪਰ ਉੱਥੇ ਇਹ ਇੱਕ ਵੱਡਾ ਵਿਗਾੜ ਆ। ਕਈ ਫਿਲਮਾਂ ਰਿਲੀਜ਼ ਹੁੰਦੀਆਂ, ਕਈ ਵੈਬ ਸੀਰੀਜ਼ ਇਹਦੇ ਉੱਤੇ ਜਿਹੜੀਆਂ ਆ ਉਹ ਰਿਲੀਜ਼ ਕੀਤੀਆਂ ਜਾਂਦੀਆਂ। ਅਚਾਨਕ ਕੀ ਹੁੰਦਾ ਹੈ ਕਿ OTT ਪਲੇਟਫਾਰਮ ਦੀ ਕੋਈ ਵੀ ਫਿਲਮ, ਕੋਈ ਵੀ ਵੈਬ ਸੀਰੀਜ਼, ਕੋਈ ਵੀ ਡਰਾਮਾ, ਕੋਈ ਵੀ ਸੀਰੀਅਲ, ਜੋ ਕੁਛ ਵੀ ਉਹ 'ਤੇ ਪਾਇਆ ਜਾਂਦਾ ਹੈ। ਅੱਜ ਦੀ ਜੋ ਸਥਿਤੀ ਬਣੀ ਹੋਈ ਹੈ ਉਹ ਇੰਨੀ ਮਾੜੀ ਬਣੀ ਹੋਈ ਹੈ ਕਿ ਉਹਦੇ ਵਿੱਚ ਹਿੰਸਾ, ਅਸ਼ਲੀਲਤਾ ਤੇ ਇਹੋ ਜਿਹੇ ਕਾਮਿਕ ਦ੍ਰਿਸ਼ ਵਿਖਾਏ ਜਾਂਦੇ ਆ ਕਿ ਅਚਾਨਕ ਸਾਡੇ ਘਰ ਦੇ ਵਿੱਚ, ਪਰਿਵਾਰ ਵਿੱਚ, ਅਸੀਂ ਬੱਚਿਆਂ ਦੇ ਨਾਲ ਵੀ ਬੈਠੇ ਹੁੰਦੇ ਆ, ਸਾਡੇ ਲਈ ਉਹ ਵੇਖਣਾ ਹੀ ਭਾਰੂ ਹੋ ਜਾਂਦਾ ਆ। ਅੱਖਾਂ ਜਿਹੜੀਆਂ ਆ ਉਹ ਨੀਵੀਆਂ ਹੋ ਜਾਂਦੀਆਂ ਕਿ ਇਹ ਕੀ ਪਰੋਸਿਆ ਜਾ ਰਿਹਾ। ਇਹ ਬੜੀ ਹੈਰਾਨ ਕਰਨ ਦੇਣ ਵਾਲੀ ਗੱਲ ਹੈ ਕਿ OTT ਪਲੇਟਫਾਰਮ ਤਾਂ ਸਾਫ਼ ਸੁਥਰਾ ਹੋਣਾ ਚਾਹੀਦਾ ਸੀ, ਪਰ ਉੱਥੇ ਜਿਸ ਤਰੀਕੇ ਪੇਸ਼ਕਾਰੀਆਂ ਜਾਂ ਜੋ ਉੱਤੇ ਦਿਖਾਇਆ ਜਾ ਰਿਹਾ ਉਹਦੇ ਵਿੱਚ ਇਕੱਲੀ ਇਹ ਨਹੀਂ ਕਿ ਜ਼ਿਆਦਾਤਰ ਕੋਈ ਸੈਕਸ ਦੇ ਆਧਾਰਿਤ ਸੀਨ ਆ, ਜਾਂ ਫਿਰ ਉਹਦੇ ਵਿੱਚ ਜਿਹੜੀ ਆ ਅਸ਼ਲੀਲਤਾ ਪਰੋਸੀ ਜਾ ਰਹੀ ਹੈ, ਜਾਂ ਫਿਰ ਜਿਹੜੀਆਂ ਗਾਲਾਂ ਆ ਗੰਦੀਆਂ ਉਹ ਵੀ ਉੱਤੇ ਹੁਣ ਵਿਖਾ ਦਿੱਤੀਆਂ ਜਾਂਦੀਆਂ। ਆਮ ਤੌਰ 'ਤੇ ਅਸੀਂ ਆਪਣੇ ਵੈਬ ਚੈਨਲ ਆ ਜਾਂ YouTube ਚੈਨਲ ਆ ਜਾਂ ਸਿਨੇਮੇ 'ਤੇ ਵੀ ਲਾ ਲਈਏ, ਕਦੇ ਐਡੀ ਅਸ਼ਲੀਲਤਾ ਨਹੀਂ ਪਰੋਸੀ ਜਾਂਦੀ, ਇੰਨੀਆਂ ਗਾਲਾਂ ਜਿਹੜੀਆਂ ਉੱਤੇ ਨਹੀਂ ਕੱਢੀਆਂ ਜਾਂਦੀਆਂ, ਉਹਨਾਂ ਦੇ ਉੱਤੇ ਵੈਸੇ ਬੀਪ ਲਾ ਦਿੱਤੀ ਜਾਂਦੀ ਹੈ ਨਾ। ਪਰ ਇਹਨਾਂ ਦੇ ਉੱਤੇ ਕੋਈ ਅੰਕੁਸ਼ ਨਹੀਂ ਹੈਗਾ, ਔਰ ਇਹੋ ਜਿਹੇ ਇਤਰਾਜ਼ਯੋਗ ਸੀਨ ਦਿਖਾਏ ਜਾਂਦੇ ਆ, ਇਹੋ ਜਿਹੀਆਂ ਗਾਲਾਂ ਕੱਢੀਆਂ ਜਾਂਦੀਆਂ ਆ ਜਿਹੜੀਆਂ ਕਿ ਇੱਕ ਆਮ ਸਮਾਜ ਦੇ ਲਈ ਬਹੁਤ ਮਾੜੀਆਂ। ਵੈਸੇ ਹੈਰਾਨੀ ਤੁਹਾਨੂੰ ਹੋਊਗੀ, ਆਮ ਸਮਾਜ ਦੇ ਲੋਕ ਤਾਂ ਗਾਲਾਂ ਕੱਢਣ ਨੂੰ ਹਟਦੇ ਨਹੀਂ। ਸਾਡੇ ਲੋਕ ਜਦੋਂ ਕੋਈ ਗੱਲ ਕਰਦੇ ਆ ਤੇ ਉਹਦੇ ਵਿੱਚ ਜਿੰਨਾ ਚਿਰ ਉਹ 4 ਗਾਲਾਂ ਨਾ ਕੱਢ ਲੈਣ ਤੇ ਉਹਨਾਂ ਨੂੰ ਜਿਵੇਂ ਕਹਿੰਦੇ ਨਾ ਵੀ ਅਸੀਂ ਰੋਟੀ ਹਜ਼ਮ ਨਹੀਂ ਆਉਂਦੀ, ਇਹ ਸਥਿਤੀ ਬਣੀ ਹੋਈ ਹੈ ਸਮਾਜ ਦੇ ਵਿੱਚੋਂ। ਗਾਲਾਂ ਤਾਂ ਨਹੀਂ, ਪਰ ਹੁਣ ਜੇ ਪਰੋਸਣ ਵਾਲੀ ਚੀਜ਼ ਆ, ਮਨੋਰੰਜਨ ਵਾਲੀ ਚੀਜ਼ ਹੈ, ਜੇ ਉਹਦੇ ਵਿੱਚ ਵੀ ਅਸ਼ਲੀਲਤਾ, ਗਾਲਾਂ ਤੇ ਕਾਮਿਕਤਾ ਆ ਗਈ ਹੈ, ਤਾਂ ਇਹੋ ਜਿਹੇ ਕਾਮਿਕ ਦ੍ਰਿਸ਼ ਜਿਹੜੇ ਆ ਉਹ ਦਿਖਾਏ ਜਾ ਰਹੇ ਆ। ਤੇ ਉਹ ਹੈਰਾਨ ਕਰ ਦੇਣ ਵਾਲੇ ਆ ਕਿ ਜਿਹੜੀ ਬੱਚਾ ਪੀੜ੍ਹੀ ਨਾ, ਬੱਚਾ ਪੀੜ੍ਹੀ ਖਾਸ ਤੌਰ ਦੇ ਉੱਤੇ ਇਹਦਾ ਪ੍ਰਭਾਵ ਜਲਦੀ ਕਬੂਲਦੀ ਹੈ। ਜਵਾਨੀ ਦੀ ਦਹਲੀਜ਼ ਉੱਤੇ ਪਹੁੰਚੇ ਹੋਏ ਬੱਚਿਆਂ 'ਤੇ ਜਦੋਂ ਇਹਦਾ ਅਸਰ ਹੈ ਉਹ ਬਹੁਤ ਮਾੜਾ ਪੈਂਦਾ ਆ, ਤਾਂ ਇਹ ਸਥਿਤੀ ਗੰਭੀਰ ਬਣਦੀ ਹੈ। ਤਾਂ ਓਵਰ ਦਾ ਟਾਪ ਇਹਨੂੰ ਕਿਹਾ ਜਾਂਦਾ ਆ OTT ਨੂੰ। ਇਸ ਪਲੇਟਫਾਰਮ ਵਿੱਚ ਹਾਲ ਹੀ ਦੇ ਸਾਲਾਂ ਵਿੱਚ ਦੁਨੀਆ ਭਰ ਦੇ ਲੋਕਾਂ ਦੇ ਲਈ ਮਨੋਰੰਜਨ ਦਾ ਸਭ ਤੋਂ ਪ੍ਰਸਿੱਧ ਸਾਧਨ ਬਣ ਗਿਆ ਆ। ਨੈਟਫਲਿਕਸ ਦੀ ਗੱਲ ਕਰ ਲਓ, ਐਮਾਜ਼ੋਨ ਦੀ ਗੱਲ ਕਰ ਲਓ, ਪ੍ਰਾਈਮ ਵੀਡੀਓ ਵਰਗੇ OTT ਪਲੇਟਫਾਰਮ ਅਤੇ ਇਸੇ ਤਰ੍ਹਾਂ ਦੇ ਕਈ OTT ਐਪਸ, TV ਸ਼ੋਅ, ਫਿਲਮਾਂ ਅਤੇ ਵੈਬ ਸੀਰੀਜ਼ ਜਿਹੜੀਆਂ ਨੇ ਉਹਨਾਂ ਵੱਲੋਂ ਵਿਖਾਈਆਂ ਜਾਂਦੀਆਂ ਨੇ, ਜਿਨ੍ਹਾਂ ਨੂੰ ਹਰ ਕੋਈ ਇੰਟਰਨੈਟ ਰਾਹੀਂ ਆਰਾਮ ਨਾਲ ਐਕਸੈਸ ਕਰ ਰਿਹਾ ਆ। ਹਾਲਾਂਕਿ ਇਹਨਾਂ ਪਲੇਟਫਾਰਮਾਂ ਦੀ ਵੱਧਦੀ ਪ੍ਰਸਿੱਧੀ ਦੇ ਨਾਲ ਹੁਣ ਉਹਨਾਂ 'ਤੇ ਸਟਰੀਮ ਕੀਤੀ ਜਾ ਰਹੀ ਸਮੱਗਰੀ ਦੇ ਬਾਰੇ ਡੂੰਘੀਆਂ ਚਿੰਤਾਵਾਂ ਜਿਹੜੀਆਂ ਨੇ ਉਹ ਪੈਦਾ ਹੋ ਗਈਆਂ ਨੇ। ਜਿਸ ਤਰੀਕੇ ਨਾਲ ਕੁਝ OTT ਪਲੇਟਫਾਰਮਾਂ 'ਤੇ ਸਿੱਧੇ ਤੌਰ 'ਤੇ ਗੰਦੀਆਂ ਗਾਲਾਂ, ਬਹੁਤ ਜ਼ਿਆਦਾ ਅਸ਼ਲੀਲਤਾ ਅਤੇ ਹਿੰਸਾ ਨੂੰ ਖੁੱਲ੍ਹੇਆਮ ਪ੍ਰਸਾਰਨ ਕੀਤਾ ਜਾ ਰਿਹਾ ਆ, ਉਹ ਚਿੰਤਾ ਦਾ ਵਿਸ਼ਾ ਆ। OTT ਦੇ ਮਾਰੂ ਪ੍ਰਭਾਵ ਸਮਾਜ ਦੇ ਹਰ ਵਰਗ ਦੀ ਉਮਰ ਉੱਤੇ ਸਪਸ਼ਟ ਤੌਰ ਦੇ ਉੱਤੇ ਵੇਖੇ ਜਾ ਸਕਦੇ ਆ, ਜਿਨ੍ਹਾਂ 'ਚ ਬੱਚੇ ਵੀ ਸ਼ਾਮਲ ਨੇ। ਖਾਸ ਕਰਕੇ ਮੈਂ ਪਹਿਲਾਂ ਜ਼ਿਕਰ ਕੀਤਾ ਸੀ ਕਿ ਜਿਹੜੇ ਟੀਨ ਏਜ ਦੇ ਬੱਚੇ ਆ, ਜੋ ਬਿਲਕੁਲ ਉਸ ਉਮਰ ਦੇ ਵਿੱਚ ਆ ਜਿੱਥੇ ਮਾਪੇ ਉਹਨਾਂ ਨੂੰ ਸੰਭਾਲ ਕੇ ਰੱਖਦੇ ਆ, ਤੇ ਉਹ ਉਸ ਪੜਾਅ ਦੇ ਵਿੱਚੋਂ ਜਦੋਂ ਬੱਚਾ ਲੰਘ ਰਿਹਾ ਹੁੰਦਾ ਆ, ਉਹਨੇ ਉਸ ਵਕਤ ਮਾਪਿਆਂ ਦਾ
ਅਧਿਆਪਕਾਂ ਦਾ, ਸਮਾਜ ਦਾ ਇੱਕ ਉਹਨਾਂ ਨੂੰ ਦਿਸ਼ਾ ਨਿਰਦੇਸ਼ ਦੇਣ ਦਾ ਇੱਕ ਫਰਜ਼ ਹੁੰਦਾ ਹੈ ਨਾ। ਤੇ ਜੇ ਸਮਾਜ ਤੋਂ ਸਿਆਣੇ ਬਜ਼ੁਰਗ ਕਹਿੰਦੇ ਹੁੰਦੇ ਸੀਗੇ, ਵੱਡ ਵਡੇਰੇ ਕਹਿੰਦੇ ਹੁੰਦੇ ਸੀ ਕਿ ਬੱਚੇ ਦਾ ਪਹਿਲਾ ਅਧਿਆਪਕ ਉਹਦੇ ਮਾਪੇ ਹੁੰਦੇ ਆ, ਫਿਰ ਸਕੂਲ ਦੇ ਅਧਿਆਪਕ ਹੁੰਦੇ ਆ, ਫਿਰ ਸਮਾਜ ਹੁੰਦਾ ਜਿਹ ਤੋਂ ਬੱਚਾ ਸਿੱਖਦਾ ਹੈ। ਤੇ ਇਹਦੇ ਨਾਲ ਨਾਲ ਜਿਹੜੀਆਂ ਚੀਜ਼ਾਂ ਉਹ ਆਪਣੇ ਆਲੇ ਦੁਆਲੇ ਚੁਗਿਰਦੇ 'ਚ ਬੱਚਾ ਦੇਖਦਾ ਆ, ਉਹਨਾਂ ਨੂੰ ਉਹ ਅਡੋਪਟ ਵੀ ਕਰਦਾ ਆ ਤੇ ਕਈ ਵਾਰੀ ਉਹਨਾਂ ਵਿੱਚ ਗ੍ਰਸਤ ਵੀ ਹੋ ਜਾਂਦਾ ਹੈ ਨਾ। ਚੰਗੀਆਂ ਚੀਜ਼ਾਂ ਬੱਚੇ ਅਡੋਪਟ ਕਰਦੇ ਆ, ਬਹੁਤ ਵਧੀਆ ਰਹਿੰਦੇ ਆ, ਚੰਗੇ ਸੰਸਕਾਰ ਮਿਲੇ ਹੁਣ ਬਹੁਤ ਵਧੀਆ ਰਹਿੰਦੇ ਆ। ਪਰ ਜੇ ਆਲੇ ਦੁਆਲੇ ਚੀਜ਼ਾਂ ਹੀ ਉਹਨਾਂ ਨੂੰ ਇਹੋ ਜਿਹੀਆਂ ਮਿਲ ਰਹੀਆਂ ਆ ਬੱਚਿਆਂ ਨੂੰ, ਤੇ ਇਹਦੇ ਵਿੱਚ ਕਸੂਰਵਾਰ ਕੌਣ ਹੈ? ਜ਼ਿੰਮੇਵਾਰੀ ਇੱਕ ਸਰਕਾਰ ਦੀ, ਇੱਕ ਸਮਾਜ ਦੀ ਇਹ ਹੋਣਾ ਬਹੁਤ ਜ਼ਰੂਰੀ ਹੁੰਦਾ ਆ। ਪਰ ਜਿਸ ਤਰੀਕੇ ਮਨੋਰੰਜਨ ਦੇ ਸਾਧਨ ਵਾਲੇ ਜਿਹੜੇ ਲੋਕ ਆ, ਜਿਹੜੇ ਇਹ ਚੀਜ਼ਾਂ ਬਣਾਉਂਦੇ ਆ, ਇਹ ਉਹਨਾਂ ਨੂੰ ਵੇਖਣਾ ਚਾਹੀਦਾ ਕਿ ਅਸੀਂ ਦੇ ਕੀ ਰਹੇ ਹਾਂ। ਕਿਉਂਕਿ ਕਈਆਂ ਦੇ ਦਿਮਾਗ ਦੇ ਵਿੱਚ ਇਹ ਗੱਲ ਆ ਚੁੱਕੀ ਹੈ ਕਿ ਜਿੰਨਾ ਭੜਕਾਊ ਸੀਨ ਦੇਵਾਂਗੇ, ਜਿੰਨਾ ਕਾਮਿਕ ਸੀਨ ਦੇਵਾਂਗੇ, ਜਿੰਨੀ ਕੋਈ ਗਾਲ ਕੱਢ ਕੇ ਕੋਈ ਸੀਨ ਦੇਵਾਂਗੇ, ਉਨਾ ਹੀ ਵਧੀਆ ਰਹੂਗਾ। ਇਹ ਸਥਿਤੀਆਂ ਬੜੀਆਂ ਗੰਭੀਰ ਬਣੀਆਂ ਕਿ ਬੋਲਣ ਲੱਗੇ ਅਸੀਂ ਬਿਲਕੁਲ ਪਰਵਾਹ ਨਹੀਂ ਕੀਤੀ ਗਈ। ਸਾਡੇ ਇੱਥੇ ਬਹੁਤ ਸਾਰੇ ਲੋਕ ਇਹੋ ਜਿਹੇ ਆ ਜਿਹੜੀਆਂ ਆਪਣੀਆਂ ਫਿਲਮਾਂ ਵੀ ਬਣਾਈਆਂ। ਸਾਡੇ ਇੱਥੇ ਇੱਕ ਬਹੁਤ ਮਸ਼ਹੂਰ ਮਾਲਵੇ ਦਾ ਇੱਕ ਚਰਚਿਤ ਟੈਲੀਫਿਲਮਾਂ ਬਣਾਉਣ ਵਾਲਾ ਕਮੇਡੀਅਨ ਆ, ਉਸ ਨੇ ਆਪਣੀਆਂ ਫਿਲਮਾਂ ਦੇ ਵਿੱਚ ਵੀ ਗਾਲਾਂ ਕਢਾਈਆਂ, ਨਿਆਣਿਆਂ ਕੋਲੋਂ ਗਾਲਾਂ ਕਢਵਾਈਆਂ, ਬਹੁਤ ਸਾਰਾ ਕੁਝ ਇਹੋ ਜਿਹਾ ਹੋਇਆ। ਇਸ ਤੋਂ ਬਾਅਦ ਅਸੀਂ ਮੁੰਬਈ ਫਿਲਮ ਇੰਡਸਟਰੀ ਦੀ ਗੱਲ ਕਰ ਲੈਂਦੇ ਹਾਂ, ਉੱਥੇ ਵੀ ਬਹੁਤ ਗਾਲਾਂ ਕੱਢੀਆਂ। ਸਾਡੇ ਇੱਥੇ ਬਹੁਤ ਸਾਰੀਆਂ ਪੰਜਾਬੀ ਫਿਲਮਾਂ ਬਣੀਆਂ, ਉਹਦੇ ਵਿੱਚ ਵੀ ਗਾਲਾਂ ਕੱਢੀਆਂ, ਹਿੰਸਾ ਤੇ ਬਹੁਤ ਹੀ ਆ। ਅੱਛਾ, ਉਸ ਤੋਂ ਪਹਿਲਾਂ ਦੇ ਦੌਰ ਦੀ ਵੀ ਮੈਂ ਗੱਲ ਕਰ ਲਾਂ ਕਿ ਪੰਜਾਬੀ ਸਿਨੇਮੇ ਦੇ ਵਿੱਚ ਇਹ ਜ਼ਰੂਰ ਰੱਖਿਆ ਜਾਂਦਾ ਸੀ ਵੀ ਇੱਕ ਅੱਧਾ ਰੇਪ ਸੀਨ ਪਾ ਦਿਓ, ਠੀਕ ਹੈ। ਉਸ ਸੀਨ ਦੇ ਉੱਤੇ ਹੀ ਦੇਖਣਾ ਚਾਹੁੰਦੇ ਸੀ ਲੋਕ ਵੀ ਹਾਂ ਵੀ ਕਿੰਨੇ ਕੁ ਦਰਸ਼ਕ ਟੁੱਟਦੇ ਆ, ਦੇਖਣ ਜਾਓ ਵੀ ਕਿਵੇਂ ਜਿਹੜਾ ਆ ਉਹ ਰੇਪ ਸੀਨ ਕੀਤਾ ਜਾਂਦਾ। ਬੜੀ ਹੈਰਾਨੀ ਦੀ ਗੱਲ ਹੈ ਬੜੀ ਹੈਰਾਨੀ ਦੀ ਗੱਲ ਹੈ ਨਾ ਕਿ ਸਮਾਜ ਕੀ ਵੇਖ ਰਿਹਾ ਸੀ, ਕਿੱਦਾਂ ਦਾ ਵੇਖ ਰਿਹਾ ਸੀ। ਤੇ ਹੁਣ ਉਹ ਚੀਜ਼ਾਂ ਨੂੰ ਜਦੋਂ ਬਿਲਕੁਲ ਆਮ ਕਰ ਦਿੱਤਾ ਆ ਤਾਂ ਇਹ ਹੈਰਾਨ ਕਰ ਦੇਣ ਵਾਲੀ ਗੱਲ ਹੈ। ਤਾਂ OTT ਦੇ ਜਿਹੜੇ ਮਾਰੂ ਪ੍ਰਭਾਵ ਆ ਇਹ ਸਮਾਜ ਦੇ ਹਰ ਵਰਗ ਦੀ ਉਮਰ ਦੇ ਉੱਤੇ ਜਿਹੜੇ ਹੁਣ ਪਏ ਹੋਏ ਨਜ਼ਰ ਆ ਰਿਹਾ। ਤੇ ਖਾਸ ਤੌਰ ਦੇ ਉੱਤੇ ਜਿਸ ਤਰੀਕੇ ਦੀ ਸਮੱਗਰੀ ਪੇਸ਼ ਕੀਤੀ ਜਾ ਰਹੀ ਹੈ ਉਹ ਚਿੰਤਾ ਦਾ ਵਿਸ਼ਾ ਹੈ। ਬਹੁਤ ਸਾਰੇ ਲੋਕ ਮੰਨਦੇ ਆ ਕਿ ਸਮੱਗਰੀ ਸਮਾਜ ਵਿੱਚ ਵਿਗਾੜ ਪੈਦਾ ਕਰ ਰਹੀ ਹੈ ਅਤੇ ਬੱਚਿਆਂ ਦੇ ਉੱਤੇ ਜੋ ਆ ਨਕਾਰਾਤਮਕ ਤੌਰ 'ਤੇ ਉਹਨਾਂ ਨੂੰ ਜਿਹੜਾ ਆ ਪ੍ਰਭਾਵਿਤ ਕਰਦੀ ਹੈ। ਤਾਂ ਸੱਚ ਇਹ ਵੀ ਹੈ ਕਿ ਬਹੁਤ ਸਾਰੇ TV ਸ਼ੋਅ ਅਤੇ ਫਿਲਮਾਂ 'ਚ ਹਮੇਸ਼ਾ ਕੁਝ ਹੱਦ ਤੱਕ ਜਿਣਸੀ ਸਮੱਗਰੀ ਹੁੰਦੀ ਹੈ, ਪਰ OTT ਪਲੇਟਫਾਰਮਾਂ 'ਤੇ ਜੋ ਸਪਸ਼ਟਤਾ ਦਾ ਪੱਧਰ ਦਿਖਾਇਆ ਜਾ ਰਿਹਾ ਉਹ ਇੱਕ ਅਜਿਹੀ ਚੀਜ਼ ਹੈ ਜੋ ਪਹਿਲਾਂ ਕਦੇ ਨਹੀਂ ਦੇਖੀ ਗਈ। ਕਈ ਵੈੱਬ ਸੀਰੀਜ਼ ਤਾਂ ਹੁਣ ਪੂਰੀ ਨਗਨਤਾ ਤੇ ਜਿਣਸੀ ਦ੍ਰਿਸ਼ ਦਿਖਾਏ ਜਾ ਰਹੇ ਨੇ ਜੋ ਕਹਿੰਦੇ ਨੇ ਸਾਰੀਆਂ ਹੱਦਾਂ ਬੰਨੇ ਟੱਪ ਗਏ ਨੇ, ਜੋ ਨਿਯਮਤ TV ਸ਼ੋਅ ਜਾਂ ਫਿਲਮਾਂ ਨਾਲੋਂ ਕਿਤੇ ਜ਼ਿਆਦਾ ਕਾਮਿਕ ਗ੍ਰਾਫਿਕ ਬਣ ਚੁੱਕੇ ਆ। ਅੱਗੇ ਇੱਕ ਬੈਡਰੂਮ ਸੀਨ ਹੁੰਦਾ ਸੀਗਾ ਕਿਸੇ ਵੀ ਫਿਲਮ ਦੇ ਵਿੱਚ, ਤਾਂ ਫਿਲਮ ਦੇਖਣ ਵਾਲੇ ਜਿਹੜੇ ਸੀਗੇ ਉਹਨੂੰ ਵੇਖ ਕੇ ਮਤਲਬ ਸ਼ਰਮਾ ਜਾਂਦੇ ਸੀਗੇ ਕਿ ਇਹ ਸੀਨ ਕਿਤੇ ਟੱਪ ਜਾਵੇ। ਕਿਤੇ ਪਰਿਵਾਰ ਨਾਲ ਕੋਈ ਫਿਲਮ ਵੇਖਣ ਸਿਨੇਮੇ ਗਿਆ ਤੇ ਇਹੋ ਜਿਹਾ ਸੀਨ ਆ ਜਾਂਦਾ ਸੀ ਬੈਡਰੂਮ ਦਾ। ਆਮ ਤੌਰ 'ਤੇ ਫਿਲਮਾਂ ਦੇ ਵਿੱਚ ਕੀ ਦੇਖਿਆ ਜਾਂਦਾ ਹੈਗਾ ਕਿ ਜਿਸ ਤਰ੍ਹਾਂ ਸੁਹਾਗਰਾਤ ਵਾਲੇ ਸੀਨ ਫਿਲਮਾਏ ਜਾਂਦੇ। ਮੈਂ ਇੱਥੇ ਇੱਕ ਗੱਲ ਗਾਣੇ ਦਾ ਜ਼ਿਕਰ ਜ਼ਰੂਰ ਕਰੂੰਗਾ। ਮੈਂ ਇੱਥੇ ਇੱਕ ਹਿੰਦੀ ਫਿਲਮ ਦਾ ਜ਼ਿਕਰ ਜ਼ਰੂਰ ਕਰਨਾ ਚਾਹੂੰਗਾ। ਫਿਲਮ ਕਭੀ ਕਭੀ ਦਾ ਗਾਣਾ ਆ ਜਿਹਦੇ ਵਿੱਚ ਅਮਿਤਾਭ ਬੱਚਨ ਵੀ ਸੀ, ਰਾਖੀ ਵੀ ਸੀ ਔਰ ਸ਼ਸ਼ੀ ਕਪੂਰ ਵੀ ਸੀਗਾ। ਉਹਦੇ ਵਿੱਚ ਮੁਕੇਸ਼ ਜੀ ਦਾ ਇੱਕ ਗਾਣਾ ਗਾਇਆ, ਜਦੋਂ ਉਹ ਸੀਨ ਦਿਖਾਇਆ ਜਾਂਦਾ, ਜਦੋਂ ਗਾਣੇ ਦੇ ਬੋਲ ਆਉਂਦੇ ਸੁਹਾਗ ਰਾਤ ਹੈ ਘੂੰਘਟ ਉਠਾ ਰਹਾ ਹੂੰ ਮੈਂ। ਹਾਲਾਂਕਿ ਲਿਖਣ ਵਾਲੇ ਨੇ ਬਹੁਤ ਵਧੀਆ ਲਿਖਿਆ, ਸੀਨ ਵੀ ਕੋਈ ਮਾੜਾ ਨਹੀਂ ਉਹਦੇ ਵਿੱਚ ਫਿਲਮਾਇਆ ਗਿਆ, ਪਰ ਅੱਜ ਵੀ ਜਦੋਂ ਇੱਕੋ ਦਮ ਉਹ ਗਾਣੇ ਦੇ ਕਿਤੇ ਬੋਲ ਮਤਲਬ ਸੁਣਦੇ ਆ ਤਾਂ ਉਹ ਮਨ ਦੇ ਵਿੱਚ ਬੜਾ ਲੱਗਦਾ ਕਿ ਯਾਰ ਕਿਹੋ ਜਿਹਾ ਸੀਨ ਫਿਲਮਾਇਆ ਹੋਊਗਾ, ਸੁਹਾਗ ਰਾਤ ਹੈ ਘੂੰਘਟ ਉਠਾ ਰਹਾ ਹੂੰ ਮੈਂ। ਇਹ ਗੱਲ ਕਿਹੜੇ ਪਾਸੇ ਜਾਂਦੀ ਆ, ਬੜੀ ਸਥਿਤੀ ਗੰਭੀਰ ਬਣਦੀ ਆ। ਮੈਂ ਇੱਥੇ ਇੱਕ ਜ਼ਿਕਰ ਹੋਰ ਕਰਨਾ ਚਾਹੂੰਗਾ। ਸਾਡੇ ਪੰਜਾਬ ਦੀ ਇੱਕ ਬਹੁਤ ਵਧੀਆ ਐਕਟਰ ਸੀਗੀ ਸੁਰੱਈਆ, ਜਿਹੜੀ ਹਿੰਦੀ ਫਿਲਮਾਂ ਦੇ ਵਿੱਚ ਬਹੁਤ ਵੱਡੀ ਜਿਹੜੀ ਸੀਗੀ ਗੁਲੂਕਾਰਾ ਬਣੀ, ਅਦਾਕਾਰਾ ਬਣੀ। ਦੇਵਾਨੰਦ ਦੀ ਬਹੁਤ ਵਧੀਆ ਦੋਸਤ ਸੀ, ਕਹਿੰਦੇ ਸੀ ਦੇਵਾਨੰਦ ਨਾਲ ਉਹਦਾ ਵਿਆਹ ਹੋਣਾ ਸੀਗਾ। ਮੈਂ ਸੁਰੱਈਆ ਦੇ ਇੰਟਰਵਿਊ ਦਾ ਇੱਕ ਹਵਾਲਾ ਇੱਥੇ ਜ਼ਰੂਰ ਦੇਣਾ ਚਾਹੂੰਗਾ। ਸੁਰੱਈਆ ਨੇ ਦੱਸਿਆ ਕਿ ਇੱਕ ਜ਼ਮਾਨਾ ਸੀਗਾ ਕਿ ਜਦੋਂ ਉਹਨਾਂ ਨੇ ਦੇਵਾਨੰਦ ਨਾਲ ਇੱਕ ਫਿਲਮ ਕੀਤੀ ਤੇ ਇੱਕ ਗਾਣਾ ਸੀ ਉਹਦੇ ਵਿੱਚ, ਤੇ ਗਾਣੇ ਵਿੱਚ ਸੁਰੱਈਆ ਦਾ ਜਿਹੜਾ ਦੁਪੱਟਾ ਸੀ ਉਹਦੇ ਮੋਢੇ ਤੋਂ ਲੈ ਗਿਆ। ਤੇ ਜਦੋਂ ਉਹ ਗਾਣਾ, ਕਿਉਂਕਿ ਹਰੇਕ ਫਿਲਮ ਸੈਂਸਰ ਬੋਰਡ ਉਸ ਜ਼ਮਾਨੇ 'ਚ ਦੇਖਦਾ ਸੀ, ਅੱਜ ਵਾਂਗੂ ਨਹੀਂਗਾ ਕਿ ਬਿਨਾਂ ਵੇਖਿਆ ਤੇ ਬਸ ਕਾਰਵਾਈ ਕਰਤੀ, ਸੈਨ ਮਾਰਤੇ ਤੇ ਓਕੇ ਕਰਤੀ। ਪਹਿਲਾਂ ਪੂਰੇ ਗੌਰ ਨਾਲ ਦੇਖਦੀ ਹੁੰਦੀ ਸੀ ਟੀਮ ਜਿਹੜੀ
ਕੇਂਦਰੀ ਫਿਲਮ ਸੈਂਸਰ ਬੋਰਡ ਬਣਿਆ ਹੁੰਦਾ ਸੀਗਾ, ਤਾਂ ਸੈਂਸਰ ਬੋਰਡ ਨੇ ਉਸ ਫਿਲਮ ਨੂੰ ਜਿਹੜਾ ਸੀਗਾ ਬੈਨ ਕਰਤਾ। ਕਹਿੰਦੇ ਜੀ ਇਹ ਸੀਨ ਜਿਹੜਾ ਆ ਕੱਟੋ, ਇਹ ਮੋਢਾ ਨੰਗਾ ਹੋਇਆ ਤਾਂ ਕਿਉਂ ਹੋਇਆ। ਤਾਂ ਉਹ ਜਿਹੜਾ ਸੀਨ ਸੀਗਾ ਉਹਨੂੰ 2 ਵਾਰੀ ਫੇਰ ਫਿਲਮਾਂਕਣ ਕੀਤਾ ਗਿਆ। ਦੂਜੀ ਵਾਰੀ ਜਦੋਂ ਫੇਰ ਹੋ ਗਿਆ ਤੇ ਉਹਦੇ ਫੇਰ ਥੋੜੀ ਜਿਹੀ ਕਸਰ ਰਹਿ ਗਈ, ਉਹਨਾਂ ਨੇ ਫੇਰ ਰੱਦ ਕਰਤੀ। ਤੀਸਰੀ ਵਾਰੀ ਸਰਈਆ ਕਹਿੰਦੀ ਮੈਂ ਫਿਰ ਕੀ ਕੀਤਾ, ਬਕਸੂਆਂ ਨਾਲ ਆਪਦਾ ਦੁਪੱਟਾ ਸੀ, ਕਿਉਂਕਿ ਸੀਨ ਸੀਗਾ ਕਿ ਉਹਨੇ ਝੂਮ ਕੇ ਦੇਵਾਨੰਦ ਨਾਲ ਉਸ ਗਾਣੇ ਵਿੱਚ ਆਉਣਾ ਸੀ, ਤੇ ਜਦੋਂ ਝੂਮੀ ਤੋਂ ਦੁਪੱਟਾ ਉਹਦਾ ਲੈ ਜਾਂਦਾ ਸੀਗਾ, ਤਾਂ ਫਿਰ ਬਕਸੂਆਂ ਨਾਲ ਕਹਿੰਦੇ ਉਹਨੂੰ ਲਾ ਕੇ ਦੁਪੱਟੇ ਨੂੰ ਠੀਕ ਕੀਤਾ। ਤੀਜੀ ਵਾਰੀ ਉਹਦਾ ਫਿਲਮਾਂਕਣ ਕੀਤਾ ਗਿਆ, ਫਿਰ ਜਾ ਕੇ ਇਹ ਜੋ ਫਿਲਮ ਸੀਗੀ ਕੇਂਦਰੀ ਫਿਲਮ ਸੈਂਸਰ ਬੋਰਡ ਦੇ ਵੱਲੋਂ ਪਾਸ ਕੀਤੀ ਗਈ। ਤਾਂ ਹੁਣ ਜੇ ਸਥਿਤੀ ਉਸ ਫਿਲਮ ਦੇ ਨਾਲ ਜਾਂ ਉਸ ਗੱਲ ਦੇ ਨਾਲ ਅੱਜ ਦਾ ਮੁਲਾਂਕਣ ਕੀਤਾ ਜਾਵੇ ਤਾਂ ਕਿੱਥੇ ਗੱਲ ਖੜਦੀ ਆ ਕੇ। ਹੈਰਾਨ ਕਰ ਦੇਣ ਵਾਲੀ ਗੱਲ ਆ ਕਿ ਅਸੀਂ ਕਿਹੜੇ ਪਾਸੇ ਨੂੰ ਤੁਰ ਪਏ ਆ। ਤੇ ਉਸ ਤੋਂ ਬਾਅਦ ਤਾਂ ਸਾਡੇ ਇੱਥੇ ਫਿਲਮਾਂ ਦੇ ਵਿੱਚ ਉਹ ਗੰਦ ਪਿਆ, ਉਹ ਕੁਛ ਹੋਇਆ, ਉਹ ਅਸ਼ਲੀਲਤਾ ਆਈ ਕਿ ਹਿੰਦੀ ਫਿਲਮਾਂ ਨੇ ਤਾਂ ਜੋ ਦਿੱਤਾ ਸਾਡੇ ਪੰਜਾਬੀ ਫਿਲਮਾਂ ਵਾਲੇ ਵੀ ਉਸੇ ਭੇਡ ਚਾਲ ਦਾ ਸ਼ਿਕਾਰ ਹੋ ਗਏ, ਔਰ ਬਹੁਤ ਸਾਰੀਆਂ ਫਿਲਮਾਂ 'ਚ ਬਹੁਤ ਸਾਰਾ ਕੁਛ ਇਹੋ ਜਿਹਾ ਕੀਤਾ। ਇਸ ਤੋਂ ਬਾਅਦ ਜਿਹੜੀਆਂ ਮੈਂ ਟੈਲੀ ਫਿਲਮਾਂ ਬਣਾਉਣ ਵਾਲਿਆਂ ਦਾ ਜ਼ਿਕਰ ਕੀਤਾ, ਜੇ ਇੱਕ ਨੇ ਬਣਾ ਲਈ ਅਖੇ ਤਾਏ ਦੀ ਧੀ ਚੱਲੀ ਤੇ ਮੈਂ ਕਿਉਂ ਰਹਾਂ ਕੱਲੀ, ਤੇ ਮਗਰੇ ਬਾਕੀ ਵੀ ਤੁਰ ਪਿਆ ਵੀ ਕਿਹੜਾ ਕੋਈ ਰੋਕਦਾ ਆ, ਕਿਉਂਕਿ ਇਹਨਾਂ ਫਿਲਮਾਂ ਉੱਤੇ ਕੋਈ ਸੈਂਸਰ ਬੋਰਡ ਬਣਿਆ ਹੀ ਨਹੀਂ। ਪੰਜਾਬ ਦੇ ਵਿੱਚ ਕਿਹੜਾ ਸੈਂਸਰ ਬੋਰਡ ਆ ਜਿਹੜਾ ਇਹਨਾਂ ਨੂੰ ਰੋਕੇ, ਤੇ ਭਾਰਤ ਵਿੱਚ ਵੀ ਜਿਹੜੀਆਂ OTT ਪਲੇਟਫਾਰਮ ਆ ਹੁਣ ਫਿਲਮਾਂ ਦੇ ਉੱਤੇ ਤਾਂ ਸੈਂਸਰ ਬੋਰਡ ਬਣਿਆ, ਇਹਨਾਂ ਉੱਤੇ ਸੈਂਸਰ ਬੋਰਡ ਕਿਉਂ ਨਹੀਂ ਬਣਿਆਗਾ, ਇਹ ਵੀ ਇੱਥੇ ਸਵਾਲ ਖੜਾ ਹੁੰਦਾ ਆ। ਤਾਂ ਇੱਥੇ ਹੁਣ ਇਹਦੀ ਜਿਹੜੀ ਬੋਲੀ ਦੀ ਆਪਾਂ ਗੱਲ ਕਰ ਲਈਏ, ਬਹੁਤ ਸਾਰੇ ਸ਼ੋਅ ਜੋ ਭਾਸ਼ਾ ਵਰਤ ਰਹੇ ਨੇ ਉਹ ਵੀ ਲਗਾਤਾਰ ਅਪਮਾਨਜਨਕ ਤੇ ਅਸ਼ਲੀਲ ਹੁੰਦੀ ਆ। ਪਾਤਰ ਖੁੱਲ੍ਹੇਆਮ ਗੰਦੀ ਭਾਸ਼ਾ ਤੇ ਗੰਦੇ ਸ਼ਬਦਾਂ ਦੀ ਵਰਤੋਂ ਕਰਦੇ ਆ, ਇੱਥੋਂ ਤੱਕ ਕਿ ਗੰਦੀਆਂ ਗਾਲਾਂ ਵੀ ਵਰਤ ਰਹੇ ਆ ਜੋ ਇਸ ਤਰੀਕੇ ਨਾਲ ਪੇਸ਼ ਕੀਤੀਆਂ ਜਾ ਰਹੀਆਂ ਨੇ, ਜਿਸ ਨੂੰ ਵੇਖ ਕੇ ਦਰਸ਼ਕ ਵੀ ਹੈਰਾਨ ਪਰੇਸ਼ਾਨ ਹੋ ਗਏ ਨੇ ਕਿ ਇਸ ਕਿਸਮ ਦੀ ਸਮੱਗਰੀ ਬਾਲਗਾਂ ਲਈ ਸਵੀਕਾਰਯੋਗ ਹੋ ਸਕਦੀ ਹੈ, ਪਰ ਇਹ ਨਿਸ਼ਚਿਤ ਤੌਰ ਦੇ ਉੱਤੇ ਬੱਚਿਆਂ ਲਈ ਢੁਕਵੀਂ ਨਹੀਂ ਹੈ। ਕਈ ਮੌਕਿਆਂ ਤੇ ਬਾਲਗਾਂ ਨੂੰ ਪਰੋਸੀ ਜਾ ਰਹੀ ਇਹ ਅਸ਼ਲੀਲਤਾ ਨਾਲ ਭਰੀ ਸਮੱਗਰੀ ਹਰ ਪੱਖੋਂ ਸ਼ਰਮਿੰਦਾ ਕਰ ਰਹੀ ਹੈ। ਇੱਕ ਹੋਰ ਮੁੱਦਾ ਜੋ OTT ਪਲੇਟਫਾਰਮਾਂ ਤੇ ਸਮੱਗਰੀ ਦੇ ਸੰਬੰਧ ਵਿੱਚ ਉਠਾਇਆ ਜਾ ਰਿਹਾ ਆ ਉਹ ਹੈਗਾ ਹਿੰਸਾ। ਤਾਂ ਹਿੰਸਾ ਦਾ ਚਿੱਤਰਣ ਕਿੱਦਾਂ ਦਾ ਹੋਣਾ ਚਾਹੀਦਾ, ਫਿਲਮਾਂਕਣ ਕਿੱਦਾਂ ਦਾ ਹੋਣਾ ਚਾਹੀਦਾ, ਇਹ ਸਵਾਲ ਖੜੇ ਹੁੰਦੇ ਆ। ਕਈ ਵੈਬ ਸੀਰੀਜ਼ ਅਤੇ ਫਿਲਮਾਂ 'ਚ ਹੁਣ ਬੇਹੱਦ ਹਿੰਸਕ ਦ੍ਰਿਸ਼ ਜੋ ਨੇ ਉਹ ਦਿਖਾਏ ਜਾ ਰਹੇ ਨੇ, ਜੋ ਦਰਸ਼ਕਾਂ ਦੇ ਲਈ ਕਾਫੀ ਪਰੇਸ਼ਾਨ ਕਰ ਦੇਣ ਵਾਲੇ ਹੋ ਸਕਦੇ ਆ। ਹਾਲਾਂਕਿ ਇਹ ਵੀ ਸੱਚ ਹੈ ਕਿ ਹਿੰਸਾ ਹਮੇਸ਼ਾ ਫਿਲਮਾਂ ਅਤੇ TV ਸ਼ੋਜ਼ ਦਾ ਹਿੱਸਾ ਰਹੀ ਹੈ, ਪਰ OTT ਪਲੇਟਫਾਰਮਾਂ ਤੇ ਦਿਖਾਈ ਜਾ ਰਹੀ ਹਿੰਸਾ 'ਚ ਪੱਧਰ ਕਿਤੇ ਜ਼ਿਆਦਾ ਗ੍ਰਾਫਿਕ ਅਤੇ ਪਰੇਸ਼ਾਨ ਕਰਨ ਵਾਲਾ ਆ, ਜਿਸ ਨੂੰ ਬਰਦਾਸ਼ਤ ਕਰਨਾ ਵੀ ਮੁਸ਼ਕਿਲ ਹੋ ਰਿਹਾ। ਸਾਰੇ ਮੁੱਦੇ ਸਮਾਜ ਅਤੇ ਖਾਸ ਕਰਕੇ ਬੱਚਿਆਂ ਉੱਤੇ ਗੰਭੀਰ ਪ੍ਰਭਾਵ ਪਾ ਰਹੇ ਨੇ, ਜਿਸ ਨੇ ਕਈ ਤਰ੍ਹਾਂ ਦੀਆਂ ਚਿੰਤਾਵਾਂ ਨੂੰ ਜਨਮ ਦਿੱਤਾ ਆ। ਹੁਣ ਚਿੰਤਾ ਜਿਹੜੀ ਵੱਡੀ ਹੈ ਉਹ ਇਹੀ ਹੈ ਕਿ OTT ਪਲੇਟਫਾਰਮਾਂ ਉੱਤੇ ਦਿਖਾਈ ਜਾ ਰਹੀ ਸਮੱਗਰੀ ਦਾ ਪ੍ਰਭਾਵ ਬੱਚਿਆਂ ਦੀਆਂ ਨੈਤਿਕ ਕਦਰਾਂ ਕੀਮਤਾਂ 'ਤੇ ਨਕਾਰਾਤਮਕ ਪ੍ਰਭਾਵ ਪਾ ਰਿਹਾ ਹੈ, ਕਿਉਂਕਿ ਆਮ ਤੌਰ 'ਤੇ ਕੀ ਆ ਕਿ ਹੁਣ ਦੇ ਬੱਚੇ ਕਾਫੀ ਸ਼ਾਰਪ ਆ, ਉਹਨਾਂ ਨੂੰ ਇਹ ਵੀ ਪਤਾ ਵੀ ਕਦੋਂ ਕੀ ਖੋਲ੍ਹਣਾ ਹੈ ਤੇ ਕਦੋਂ ਉਹਨੂੰ ਡਿਲੀਟ ਵੀ ਮਾਰ ਦੇਣੀ, ਉਹਦੀ ਹਿਸਟਰੀ ਵੀ ਡਿਲੀਟ ਮਾਰ ਦੇਣੀ ਹੈ। ਉਹਨਾਂ ਨੂੰ ਪਤਾ ਵੀ ਜਿਹੜੀ ਚੀਜ਼ ਖੋਲ੍ਹੀ ਆ ਤੇ ਜਲਦੀ ਉਹਦੀ ਹਿਸਟਰੀ ਡਿਲੀਟ ਮਾਰੋ, ਕਿਉਂਕਿ ਬੱਚਿਆਂ ਦੇ ਜੇ ਪੇਰੈਂਟਸ ਚੈੱਕ ਕਰਦੇ ਆ ਤਾਂ ਉਹਨਾਂ ਨੂੰ ਇਹ ਆ ਵੀ ਕਿਤੇ ਸਾਨੂੰ ਵੇਖ ਲੈਣ ਵੀ ਅਸੀਂ ਕੀ ਦੇਖਦੇ ਆ। ਦੂਸਰੀ ਗੱਲ ਹੈ ਕਿ ਜਿਹੜੇ ਬੱਚੇ ਇਸ ਤਰ੍ਹਾਂ ਦੀਆਂ ਐਪਸ ਖੋਲ੍ਹਦੇ ਆ, ਇਸ ਤਰ੍ਹਾਂ ਦੀ OTT ਪਲੇਟਫਾਰਮਾਂ 'ਤੇ ਫਿਲਮਾਂ ਦੇਖਦੇ ਆ, ਹੁਣ ਉਹ ਇਕੱਲੇ ਬੈਠੇ ਵੀ ਦੇਖੀ ਜਾਂਦੇ ਆ, ਉਹਨਾਂ ਨੂੰ ਕਿਹੜਾ ਕਿਸੇ ਨੇ ਰੋਕਣਾ। ਹਰੇਕ ਕੋਲੇ ਮੋਬਾਈਲ ਆ, ਹਰੇਕ ਦੇ ਘਰ ਦੇ ਵਿੱਚ ਨੈੱਟ ਫੈਸਿਲਿਟੀਜ਼ ਆ, ਉਹਨਾਂ ਦੇ ਕੋਲੇ PC ਆ, ਲੈਪਟਾਪ ਹੈਗੇ ਆ, ਬਹੁਤ ਸਾਰੀਆਂ ਚੀਜ਼ਾਂ ਆ ਚੁੱਕੀਆਂ ਹੈਗੀਆਂ ਜਿਹਦੇ ਉੱਤੇ ਸਾਰੀਆਂ ਸਮੱਗਰੀਆਂ ਦੇਖਦੇ, ਪਰ ਮਾਪੇ ਥੋੜ੍ਹੀ ਰੋਕਣ। ਹੁਣ ਬੱਚੇ ਦੇ 24 ਘੰਟੇ ਤਾਂ ਨਾਲ ਰਹਿਣ ਰਹੇ ਵੀ ਬੱਚਾ ਕੀ ਦੇਖ ਰਿਹਾ, ਤਾਂ ਇਹ ਚੀਜ਼ਾਂ ਜਿਹੜੀਆਂ ਨੇ ਇਹ ਖਰਾਬ ਕਰ ਰਹੀਆਂ ਨੇ ਮਾਹੌਲ ਨੂੰ। ਤਾਂ ਬੱਚਿਆਂ ਨੂੰ ਪਹਿਲਾਂ ਨਾਲੋਂ ਛੋਟੀ ਉਮਰ ਵਿੱਚ ਹੀ ਜਿਣਸੀ ਸਮੱਗਰੀ ਅਤੇ ਗਲਤ ਭਾਸ਼ਾ ਜਿਹੜੀ ਆ ਉਹ ਹੁਣ ਇਹਨਾਂ ਦੇ ਉੱਤੇ ਦੇਖਣ ਨੂੰ ਮਿਲ ਰਹੀ ਹੈ, ਸਾਹਮਣਾ ਕਰਨਾ ਪੈ ਰਿਹਾ, ਜੋ ਉਹਨਾਂ ਦੇ ਵਿਕਾਸ 'ਤੇ ਪੈਣ ਵਾਲੇ ਪ੍ਰਭਾਵ ਬਾਰੇ ਸ਼ੰਕੇ ਖੜੇ ਕਰਦਾ। ਇਸ ਤੋਂ ਇਲਾਵਾ ਬਹੁਤ ਸਾਰੇ ਬੱਚਿਆਂ ਦਾ ਸਕੂਲ ਵਿੱਚ ਵਿਵਹਾਰ ਅਤੇ ਗੱਲ ਕਰਨ ਦਾ ਤਰੀਕਾ ਬਦਲ ਗਿਆ ਆ। ਮਿਸਾਲ ਦੇ ਤੌਰ ਦੇ ਉੱਤੇ ਬਹੁਤੇ ਬੱਚੇ ਹੁਣ ਗੱਲ ਦੇ ਵਿੱਚ ਗਾਲਾਂ ਹੀ ਕੱਢੀ ਜਾਂਦੇ ਆ, ਤੇ ਜਿਸ ਕਾਰਨ ਉਹਨਾਂ ਦੇ ਅਧਿਆਪਕਾਂ ਤੋਂ ਲੈ ਕੇ ਮਾਪਿਆਂ ਤੱਕ ਸਾਰੇ ਪਰੇਸ਼ਾਨ ਨੇ ਕਿ ਬੱਚੇ ਦੀ ਜਿਹੜੀ ਲੈਂਗੁਏਜ ਆ ਉਹ ਐਡੀ ਗੰਦੀ ਕਿਉਂ ਹੁੰਦੀ ਜਾ ਰਹੀ ਹੈ। ਇਹਨਾਂ ਚਿੰਤਾਵਾਂ ਦੇ ਮੱਦੇਨਜ਼ਰ ਬਹੁਤ ਸਾਰੇ ਲੋਕ ਹੁਣ OTT ਪਲੇਟਫਾਰਮਾਂ ਤੇ ਸਟ੍ਰੀਮ ਕੀਤੀ ਜਾ ਰਹੀ ਸਮੱਗਰੀ ਤੇ ਸਖਤ ਨਿਯਮਾਂ ਦੀ ਮੰਗ ਕਰ ਰਹੇ ਨੇ। ਇੱਕ ਰੇਟਿੰਗ ਪ੍ਰਣਾਲੀ ਸਥਾਪਿਤ ਕਰਨ ਦੀ ਮੰਗ ਹੋ ਰਹੀ ਹੈ ਤੇ
ਜੋ ਮਾਪੇ ਇਸ ਗੱਲ ਦਾ ਨਿਰਣਾ ਕਰਨ ਦੇ ਵਿੱਚ ਮਦਦ ਕਰੇਗੀ ਕਿ ਕਿਹੜੇ ਸ਼ੋਅ ਉਹਨਾਂ ਦੇ ਬੱਚਿਆਂ ਵਾਸਤੇ ਦੇਖਣੇ ਸਹੀ ਨੇ। ਇਹਨਾਂ ਪਲੇਟਫਾਰਮਾਂ ਤੇ ਸਟ੍ਰੀਮ ਕੀਤੀ ਜਾ ਰਹੀ ਸਮੱਗਰੀ ਨੂੰ ਉਸੇ ਪੱਧਰ ਦੇ ਅਧਿਨਿਯਮ ਦੇ ਅਧੀਨ ਦੀ ਮੰਗ ਵੀ ਕੀਤੀ ਜਾ ਰਹੀ ਹੈ ਜੋ ਫਿਲਮਾਂ ਤੇ ਟੀਵੀ ਸ਼ੋਅ ਦੇ ਉੱਤੇ ਲਾਗੂ ਹੁੰਦੇ ਨਿਯਮ ਹੋਣੇ ਚਾਹੀਦੇ ਆ। ਹਾਲਾਂਕਿ ਇਹ ਵੀ ਚਿੰਤਾ ਹੈ ਕਿ OTT ਪਲੇਟਫਾਰਮਾਂ ਤੇ ਸਮੱਗਰੀ ਨੂੰ ਨਿਯਮਤ ਕਰਨ ਦੀ ਕਿਸੇ ਵੀ ਕੋਸ਼ਿਸ਼ ਨੂੰ ਪ੍ਰਗਟਾਵੇ ਦੀ ਆਜ਼ਾਦੀ ਦੀ ਉਲੰਘਣਾ ਵਜੋਂ ਦੇਖਿਆ ਜਾ ਸਕਦਾ ਹੈ ਤੇ ਬਹੁਤ ਸਾਰੇ ਲੋਕ ਦਲੀਲ ਦਿੰਦੇ ਨੇ ਕਿ ਇਹਨਾਂ ਪਲੇਟਫਾਰਮਾਂ ਤੇ ਸਟ੍ਰੀਮ ਕੀਤੀ ਜਾ ਰਹੀ ਸਮੱਗਰੀ ਕਲਾ ਇੱਕ ਰੂਪ ਹੈ ਅਤੇ ਇਸ ਨੂੰ ਬਿਨਾਂ ਕਿਸੇ ਪਾਬੰਦੀ ਦੇ ਆਪਣੇ ਆਪ ਨੂੰ ਪ੍ਰਗਟ ਕਰਨ ਦੀ ਆਗਿਆ ਦਿੱਤੀ ਜਾਣੀ ਚਾਹੀਦੀ ਆ। ਪਰ ਕੀ ਇਹ ਦਲੀਲ ਜੋ ਆ ਵਾਸਤਵਿਕ ਹੈ? ਸਵਾਲ ਇਹ ਖੜਾ ਹੁੰਦਾ ਆ। ਤੇ ਅੰਤ ਵਿੱਚ ਜਦੋਂ ਕਿ OTT ਪਲੇਟਫਾਰਮਾਂ ਨੂੰ ਬਿਨਾਂ ਸ਼ੱਕ ਮਨੋਰੰਜਨ ਦੇ ਦ੍ਰਿਸ਼ ਨੂੰ ਬਦਲ ਦਿੰਦਾ ਆ। ਦਿਸ਼ਾ ਨਿਰਦੇਸ਼ਾਂ ਦੀ ਘਾਟ ਗਲਤ ਸਮੱਗਰੀ ਦੇ ਬੇਕਾਬੂ ਹੋਣ ਤੋਂ ਬਣੀ ਹੈ ਜੋ ਸਮਾਜ ਲਈ ਗੰਭੀਰ ਪ੍ਰਭਾਵ ਪਾ ਸਕਦੀ ਹੈ। ਇਸ ਸਮੇਂ ਦੀ ਮਜ਼ਬੂਤ ਮੰਗ ਹੈ ਕਿ ਰਚਨਾਤਮਕ ਆਜ਼ਾਦੀ ਅਤੇ ਜ਼ਿੰਮੇਵਾਰ ਸਮੱਗਰੀ ਬਣਾਉਣ ਦੇ ਵਿੱਚ ਸੰਤੁਲਨ ਹੋਣਾ ਚਾਹੀਦਾ ਆ। ਭਾਰਤ ਸਰਕਾਰ ਨੂੰ ਜਿੰਨੀ ਜਲਦੀ ਹੋ ਸਕੇ ਇਹਨਾਂ ਪਲੇਟਫਾਰਮਾਂ ਤੇ ਸਟ੍ਰੀਮ ਕੀਤੀ ਗਈ ਸਮੱਗਰੀ ਲਈ ਰੇਟਿੰਗ ਪ੍ਰਣਾਲੀਆਂ ਅਤੇ ਦਿਸ਼ਾ ਨਿਰਦੇਸ਼ ਪੇਸ਼ ਕਰਨੇ ਚਾਹੀਦੇ ਨੇ। ਪਰ ਹੁਣ ਸਮਾਂ ਆ ਗਿਆ ਹੈ ਕਿ ਸਰਕਾਰੀ ਅਧਿਕਾਰੀ ਇਸ ਮੁੱਦੇ ਨੂੰ ਗੰਭੀਰਤਾ ਨਾਲ ਲੈਣ। ਜੇਕਰ ਹਾਲੇ ਵੀ ਇਸ ਮੁੱਦੇ ਨੂੰ ਗੰਭੀਰਤਾ ਨਾਲ ਨਾ ਲਿਆ ਤਾਂ ਇਸ ਸਥਿਤੀ ਦੇ ਜਿਹੜੇ ਭਿਆਨਕ ਨਤੀਜੇ ਆ ਜੋ ਇਹ ਹਾਲਾਤ ਬਣੇ ਹੋਏ ਆ ਉਸ ਦੇ ਭਿਆਨਕ ਨਤੀਜੇ ਸਾਹਮਣੇ ਆਉਣਗੇ। ਫਿਰ ਇਹਨਾਂ ਨੂੰ ਮੋੜਾ ਪਾਉਣਾ ਔਖਾ ਹੋ ਜਾਊਗਾ। ਹੁਣੇ ਹੀ ਵੇਲਾ ਸੰਭਾਲਣ ਦੀ ਲੋੜ ਹੈ। ਹੁਣ ਉਹਨੇ ਜੀ ਅਗਲੀ ਖਬਰ ਵੱਲ। ਔਰਤਾਂ ਵਿਰੁੱਧ ਅਪਰਾਧ ਇਸ ਦੇਸ਼ ਦੇ ਵਿੱਚ ਲਗਾਤਾਰ ਵੱਧਦੇ ਜਾ ਰਹੇ ਆ। ਵੈਸੇ ਇਸ ਦੇਸ਼ ਵਿੱਚ ਨਹੀਂ, ਪੂਰੀ ਦੁਨੀਆ ਵਿੱਚ ਹੀ ਔਰਤਾਂ ਦੇ ਵਿਰੁੱਧ ਜਿਹੜੇ ਅਪਰਾਧ ਹੁੰਦੀ ਆ, ਹਿੰਸਾ ਹੁੰਦੀ ਆ ਤੇ ਉਹਨਾਂ ਦੀ ਜ਼ਿੰਦਗੀ ਜਿਹੜੀ ਆ ਉਹ ਖਤਮ ਕਰ ਦਿੱਤੀ ਜਾਂਦੀ ਆ। ਪਰ ਕਈ ਮੁਲਕਾਂ ਦੇ ਤਾਂ ਅੰਕੜੇ ਹੈਰਾਨ ਕਰ ਦੇਣ ਵਾਲੇ ਆ। ਪਰ ਸਾਡਾ ਮੁਲਕ ਇਹ ਹੈ ਜਿਸ ਜਗ੍ਹਾ ਦੇ ਉੱਤੇ ਲక్ష్ਮੀ ਦੀ ਪੂਜਾ ਕੀਤੀ ਜਾਂਦੀ ਆ, ਜਿਸ ਜਗ੍ਹਾ ਦੇ ਉੱਤੇ ਕੰਜਕਾਂ ਦੇ ਰੂਪ ਵਿੱਚ ਔਰਤਾਂ ਦੀ ਪੂਜਾ ਕੀਤੀ ਜਾਂਦੀ ਆ, ਜਿਸ ਦੇਸ਼ ਦੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜਿਸ ਜਗ੍ਹਾ ਦੇ ਉੱਪਰ ਐਡਾ ਵੱਡਾ ਮਹਾਨ ਗ੍ਰੰਥ ਹੋਵੇ ਜਿਸ ਵਿੱਚ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਔਰਤ ਨੂੰ ਵੱਡੀ ਵਡਿਆਈ ਦਿੱਤੀ ਹੋਈ ਹੈ। ਇਸਲਾਮ ਵੀ ਕਹਿੰਦਾ ਹੈ ਕਿ ਮਾਂ ਦੇ ਪੈਰਾਂ ਹੇਠਾਂ ਜੰਨਤ ਹੈ। ਔਰਤ ਦੀ ਕਦਰ ਦੀ ਗੱਲ ਉਹਦੇ ਵਿੱਚ ਵੀ ਕੀਤੀ ਗਈ ਹੈ। ਇੱਥੋਂ ਤੱਕ ਕਿ ਜੇ ਹਿੰਦੂ ਭਾਈਚਾਰੇ ਦੀ ਗੱਲ ਕੀਤੀ ਜਾਵੇ ਤਾਂ ਉਹਦੇ ਵਿੱਚ ਤਾਂ ਜਿੰਨੀਆਂ ਦੇਵੀਆਂ ਪੂਜੀਆਂ ਜਾਂਦੀਆਂ ਨੇ ਤਾਂ ਉਸ ਦੇ ਵਿੱਚ ਤਾਂ ਬਹੁਤ ਜ਼ਿਆਦਾ ਆਪਾਂ ਕਹਿ ਸਕਦੇ ਹਾਂ ਕਿ ਔਰਤ ਦਾ ਸਤਿਕਾਰ ਹੈ। ਪਰ ਫਿਰ ਵੀ ਆਪਣੇ ਆਪ ਨੂੰ ਹਿੰਦੁਸਤਾਨ ਕਹਾਉਣ ਵਾਲੇ ਇੱਥੋਂ ਦੇ ਲੋਕ, ਹਿੰਦੁਸਤਾਨੀ ਕਹਾਉਣ ਵਾਲੇ, ਹਿੰਦੁਸਤਾਨ ਮੁਲਕ ਵੱਜਦਾ ਹੋਣ ਕਰਕੇ ਸਾਡੇ ਇਸ ਭਾਰਤ ਮੁਲਕ ਦੇ ਵਿੱਚ ਹੀ ਔਰਤਾਂ ਦੇ ਉੱਤੇ ਉਹ ਜ਼ੁਲਮ ਹੋ ਰਿਹਾ। ਇਸ ਦੇ ਅੰਕੜੇ ਜੋ ਸਾਹਮਣੇ ਆਏ ਆ ਉਹ ਹੈਰਾਨ ਕਰ ਦੇਣ ਵਾਲੇ ਆ। ਨਿੱਕੀ ਨਿੱਕੀ ਗੱਲ ਦੇ ਉੱਤੇ ਬੱਚੀਆਂ ਨੂੰ ਦਬਾਇਆ ਜਾਂਦਾ, ਮਾਰ ਕੁਟਾਈ ਕੀਤੀ ਜਾਂਦੀ ਹੈ, ਔਰਤਾਂ ਨੂੰ ਕੁੱਟਿਆ ਜਾਂਦਾ, ਔਰਤਾਂ ਨੂੰ ਅੱਗ ਲਾ ਕੇ ਸਾੜ ਵੀ ਦਿੱਤਾ ਜਾਂਦਾ ਹੈ, ਔਰਤਾਂ ਦੀ ਬੇਹੁਰਮਤੀ ਕੀਤੀ ਜਾਂਦੀ ਆ, ਔਰਤਾਂ ਨੂੰ ਡੈਣ ਕਹਿ ਕੇ ਮਾਰ ਦਿੱਤਾ ਜਾਂਦਾ, ਔਰਤਾਂ ਨੂੰ ਵਾਲੋਂ ਫੜ ਕੇ ਗਲੀਆਂ 'ਚ ਘੜੀਸਿਆ ਜਾਂਦਾ ਆ, ਔਰਤਾਂ ਨੂੰ ਨਿਰਵਸਤਰ ਕੀਤਾ ਜਾਂਦਾ ਆ, ਉਹਨਾਂ ਦਾ ਮੂੰਹ ਕਾਲਾ ਕਰਕੇ ਕਿਸੇ ਗੱਲੋਂ ਸਜ਼ਾ ਦੇਣੀ ਹੋਵੇ ਤਾਂ ਕਈ ਸਮਾਜ ਇੱਥੇ ਇਹੋ ਜਿਹਾ ਉਹਨਾਂ ਨੂੰ ਜਿਹੜਾ ਆ ਪੂਰੇ ਗਲੀਆਂ ਮੁਹੱਲਿਆਂ ਦੇ ਵਿੱਚ ਨੰਗੇ ਕਰਕੇ ਘੁਮਾਇਆ ਜਾਂਦਾ। ਛੋਟੀ ਬੱਚੀਆਂ ਤੋਂ ਲੈ ਕੇ ਵਿਚਕਾਰਲੀ ਉਮਰ ਦੀਆਂ ਔਰਤਾਂ ਤੋਂ ਲੈ ਕੇ ਬਜ਼ੁਰਗ ਔਰਤਾਂ ਤੱਕ ਦੀਆਂ ਕਈ ਉਦਾਹਰਨਾਂ ਆਈਆਂ ਨੇ ਸਾਡੇ ਇਸ ਮੁਲਕ ਦੇ ਵਿੱਚ। ਤੇ ਕਈ ਜਗ੍ਹਾ ਦੇ ਉੱਤੇ ਸਿਰਫ ਫੋਕੀ ਅਣਖ ਦੀ ਖਾਤਰ ਕੁੜੀਆਂ ਨੂੰ ਮਾਰ ਦਿੱਤਾ ਜਾਂਦਾ ਆ। ਊਚ ਨੀਚ ਜਾਤ ਪਾਤ ਭੇਦਭਾਵ ਇੱਥੇ ਖਤਮ ਨਹੀਂ ਹੋਣ ਦਾ ਨਾਂ ਲੈ ਰਿਹਾ ਗਾ। ਜੇ ਕੋਈ ਕੁੜੀ ਆਪਣੀ ਮਨਪਸੰਦ ਵਰ ਚੁਣ ਵੀ ਲੈਂਦੀ ਹੈ ਤੇ ਜਾਤ ਦੇ ਜਿਹੜੇ ਦੰਭੀ ਹੈ ਉਹ ਬਰਦਾਸ਼ਤ ਨਹੀਂ ਕਰਦੇ, ਆਪਣੀਆਂ ਧੀਆਂ ਨੂੰ ਵੀ ਮਾਰ ਮੁਕਾਉਂਦੇ ਆ, ਪੁੱਤ ਵਾਲਿਆਂ ਦੇ ਉੱਤੇ ਵੀ ਜਿਹੜਾ ਆ ਹਿੰਸਾ ਕੀਤੀ ਜਾਂਦੀ ਆ। ਇਸ ਤੋਂ ਇਲਾਵਾ ਕਈ ਜਗ੍ਹਾ ਦੇ ਉੱਤੇ ਜਿਵੇਂ ਅਸੀਂ ਦੇਖਦੇ ਹਾਂ ਸਮੂਹਕ ਬਲਾਤਕਾਰਾਂ ਦੀਆਂ ਖਬਰਾਂ ਸਾਹਮਣੇ ਆਉਂਦੀਆਂ। ਇੱਥੋਂ ਤੱਕ ਹੈਰਾਨੀ ਦੀ ਗੱਲ ਹੈ ਕਿ ਇਸ ਮੁਲਕ ਦੇ ਵਿੱਚ ਨਿੱਕੀ ਬੱਚੀ ਤੱਕ ਸੁਰੱਖਿਅਤ ਨਹੀਂ। ਦੁੱਧ ਪੀਂਦੀਆਂ ਬੱਚੀਆਂ ਨਾਲ ਉਹਨਾਂ ਦੇ ਆਪਦੇ ਹੀ ਆਂਢੀਆਂ ਗੁਆਂਢੀਆਂ ਰਿਸ਼ਤੇਦਾਰਾਂ ਤੇ ਸ਼ਰੀਕੇ ਦੇ ਲੋਕਾਂ ਦੇ ਬੰਨੀ ਹੋਈ ਉਹਨਾਂ ਬੱਚੀਆਂ ਦੀ ਬੇਹੁਰਮਤੀ ਕੀਤੀ ਗਈ ਹੈ। ਨਿੱਕੀਆਂ ਜਿਹੀਆਂ ਬੱਚੀਆਂ ਨਾਲ ਉਹ ਜ਼ੁਲਮ ਕੀਤਾ ਗਿਆ ਆ। ਤੇ ਇਸ ਤੋਂ ਇਲਾਵਾ ਨਾ ਤਾਂ ਸਕੂਲਾਂ ਕਾਲਜਾਂ ਤੇ ਜਾਂ ਵੱਖ-ਵੱਖ ਅਦਾਰਿਆਂ 'ਚ ਕੰਮ ਕਰਦੀਆਂ, ਦਫ਼ਤਰਾਂ 'ਚ ਕੰਮ ਕਰਦੀਆਂ, ਜੋਬ ਕਰਦੀਆਂ ਕੁੜੀਆਂ ਸੁਰੱਖਿਅਤ ਰਹੀਆਂ, ਨਾ ਘਰਾਂ ਦੇ ਵਿੱਚ ਧੀਆਂ ਸੁਰੱਖਿਅਤ ਆ।
ਤਾਂ ਇਹ ਔਰਤਾਂ ਦੇ ਪ੍ਰਤੀ ਅਜਿਹੀ ਗੈਰ ਜ਼ਿੰਮੇਵਾਰੀ ਵਾਲੀ ਭਾਵਨਾ ਸਾਡੇ ਸਮਾਜ ਦੀ ਬਣ ਗਈ ਹੈ। ਤਾਂ ਇੱਕ ਸਵਾਲ ਖੜਾ ਹੁੰਦਾ ਕਿ ਔਰਤਾਂ ਦਾ ਕੀ ਬਣੂਗਾ। ਇਹਨਾਂ ਦਿਨਾਂ ਦੇ ਵਿੱਚ ਨਾ ਇੱਕ ਖਬਰ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਬਾੜਮੇਰ ਦੇ ਵਿੱਚੋਂ। ਰਾਜਸਥਾਨ ਦੇ ਬਾੜਮੇਰ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਦਲਿਤ ਔਰਤ ਨਾਲ ਜਬਰ ਜਨਾਹ ਕਰਨ ਤੋਂ ਬਾਅਦ ਉਸ ਨੂੰ ਸਾੜ ਕੇ ਮਾਰ ਦਿੱਤਾ ਗਿਆ ਆ। ਇਹ ਮਾਮਲਾ ਸਾਹਮਣੇ ਆਇਆ ਆ। ਬਾਅਦ ਵਿੱਚ ਪੀੜਤਾ ਦੀ ਜੋਧਪੁਰ ਹਸਪਤਾਲ ਦੇ ਵਿੱਚ ਮੌਤ ਹੋ ਗਈ। ਪੁਲਿਸ ਅਨੁਸਾਰ ਉਸਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ, ਪੁਲਿਸ ਕਹਿੰਦੀ ਹੈ। ਪਰ ਲੋਕਾਂ ਵਿੱਚ ਇਸ ਘਟਨਾ ਵਿਰੁੱਧ ਵੱਡੀ ਪੱਧਰ ਤੇ ਰੋਸ ਹੈ ਤੇ ਉਹ ਮੰਗ ਕਰ ਰਹੇ ਨੇ ਕਿ ਪੀੜਤ ਪਰਿਵਾਰ ਨੂੰ ਉਚਿਤ ਮੁਆਵਜ਼ਾ ਅਤੇ ਘਰ ਦੇ ਇੱਕ ਜੀਅ ਨੂੰ ਨੌਕਰੀ ਦਿੱਤੀ ਜਾਵੇ। ਸਾਡੇ ਦੇਸ਼ ਵਿੱਚ ਔਰਤਾਂ ਵਿਰੁੱਧ ਅਜਿਹੇ ਅਪਰਾਧ ਘਟਣ ਦੀ ਥਾਂ ਵੱਧ ਰਹੇ ਨੇ। ਦਲਿਤ ਔਰਤਾਂ ਵੱਡੀ ਪੱਧਰ ਤੇ ਜ਼ੁਲਮ ਦਾ ਸ਼ਿਕਾਰ ਹੁੰਦੀਆਂ ਨੇ ਤੇ ਉਹਨਾਂ ਨਾਲ ਔਰਤ ਤੇ ਦਲਿਤ ਹੋਣ ਕਾਰਨ ਹੁੰਦਾ ਦਮਨ। ਸਾਡੇ ਸਮਾਜ ਵਿੱਚ ਵੱਡਾ ਵਿਗਾੜ ਪੈਦਾ ਹੋਇਆ ਆ। ਇਸ ਚੀਜ਼ ਦੀ ਇਹ ਗੱਲਾਂ ਨਿਸ਼ਾਨਦੇਹੀ ਕਰਦੀਆਂ ਨੇ। ਬਾੜਮੇਰ ਜ਼ਿਲ੍ਹੇ ਵਿੱਚ ਹੋਈ ਘਟਨਾ ਦੀ ਜਿੰਨੀ ਨਿੰਦਾ ਕੀਤੀ ਜਾਵੇ ਘੱਟ ਹੈ। ਰਾਜਸਥਾਨ ਸਰਕਾਰ ਅਤੇ ਪੁਲਿਸ ਨੂੰ ਤੇਜ਼ੀ ਨਾਲ ਕਾਰਵਾਈ ਕਰਕੇ ਦੋਸ਼ੀ ਨੂੰ ਸਖਤ ਸਜ਼ਾ ਦਿਵਾਉਣੀ ਚਾਹੀਦੀ ਹੈ। ਇਹ ਵੀ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਤਫਤੀਸ਼ ਪੁਖਤਾ ਤਰੀਕੇ ਦੇ ਨਾਲ ਕੀਤੀ ਜਾਵੇ ਅਤੇ ਕੇਸ ਅਦਾਲਤ ਵਿੱਚ ਕਈ ਸਾਲ ਤੱਕ ਲਮਕਦਾ ਨਾ ਰਹੇ। ਇਸ ਦੇ ਨਾਲ ਪੀੜਤ ਪਰਿਵਾਰ ਨੂੰ ਉਚਿਤ ਮੁਆਵਜ਼ਾ ਅਤੇ ਹੋਰ ਸਹਾਇਤਾ ਦੇਣ ਦੀ ਜ਼ਰੂਰਤ ਹੈ। ਇੱਥੇ ਇੱਕ ਮੈਂ ਜ਼ਿਕਰ ਕਰਨਾ ਚਾਹੂੰਗਾ, ਕੌਮੀ ਅਪਰਾਧ ਬਿਊਰੋ ਦੇ ਜਿਹੜੇ ਅੰਕੜੇ ਸਾਹਮਣੇ ਆਏ ਆ ਉਸ ਦੇ ਮੁਤਾਬਕ ਕਿ 2021 ਵਿੱਚ ਦੇਸ਼ ਵਿੱਚ ਔਰਤਾਂ ਨਾਲ ਜਬਰ ਜਨਾਹ ਦੇ 31,677 ਕੇਸ ਦਰਜ ਕੀਤੇ ਗਏ ਹੈ। ਭਾਵ ਪ੍ਰਤੀ ਦਿਨ 86 ਔਰਤਾਂ ਵਿਰੁੱਧ ਅਜਿਹੇ ਸੰਗੀਨ ਅਪਰਾਧ ਹੋਏ ਨੇ। ਤੇ NCRB ਦੇ ਅੰਕੜੇ ਇਹ ਵੀ ਦੱਸਦੇ ਨੇ ਕਿ ਜਬਰ ਜਨਾਹ ਦੇ 99% ਕੇਸਾਂ ਵਿੱਚ ਦੋਸ਼ੀ ਪੀੜਤਾਂ ਨੂੰ ਜਾਣਦੇ ਹੁੰਦੇ ਆ। ਭਾਵ ਦੋਸ਼ੀ ਅਜਿਹੇ ਵਿਅਕਤੀ ਹੁੰਦੇ ਆ ਜਿਨ੍ਹਾਂ ਦਾ ਉਹਨਾਂ ਦੇ ਘਰ ਵਿੱਚ ਆਉਣਾ ਜਾਣਾ ਹੁੰਦਾ ਹੈ ਜਾਂ ਉਹਨਾਂ ਪੀੜਤਾਂ ਦੇ ਰਿਸ਼ਤੇਦਾਰ ਹੁੰਦੇ ਆ। 2021 ਵਿੱਚ ਰਾਜਸਥਾਨ ਵਿੱਚ ਜਬਰ ਜਨਾਹ ਦੀਆਂ ਸਭ ਤੋਂ ਜ਼ਿਆਦਾ ਘਟਨਾਵਾਂ ਹੋਈਆਂ। ਦੇਸ਼ ਵਿੱਚ ਦਰਜ ਕੀਤੇ 31,677 ਕੇਸਾਂ ਦੇ ਵਿੱਚੋਂ 6,337 ਰਾਜਸਥਾਨ ਵਿੱਚ ਦਰਜ ਕੀਤੇ ਗਏ। ਭਾਵੇਂ ਕਿ ਆਬਾਦੀ ਦੇ ਲਿਹਾਜ਼ ਨਾਲ ਰਾਜਸਥਾਨ ਦੇਸ਼ ਵਿੱਚ 7ਵੇਂ ਨੰਬਰ ਦਾ ਸੂਬਾ ਆ। 2021 ਵਿੱਚ ਔਰਤਾਂ ਵਿਰੁੱਧ ਅਪਰਾਧਾਂ ਦੀ ਪੂਰੇ ਦੇਸ਼ ਵਿੱਚ ਕੁੱਲ ਗਿਣਤੀ 4,28,278 ਸੀ। ਕਿੱਡੀ ਹੈਰਾਨ ਕਰ ਦੇਣ ਵਾਲੀ ਇਹ ਗੱਲ ਹੈ। ਤੇ ਰਾਜਸਥਾਨ ਵਿੱਚ ਇਹ ਗਿਣਤੀ ਜਿਹੜੀ ਆ 40,738 ਸੀਗੀ। ਇਸ ਤੋਂ ਪਤਾ ਲੱਗਦਾ ਹੈ ਕਿ ਸਾਡੇ ਦੇਸ਼ ਵਿੱਚ ਔਰਤਾਂ ਵਿਰੁੱਧ ਕਿੰਨੀ ਵੱਡੀ ਪੱਧਰ ਦੇ ਉੱਤੇ ਅਪਰਾਧ ਹੁੰਦੇ ਨੇ। ਹੁਣ ਗੱਲ ਕਰਦੇ ਹਾਂ ਕਿ ਕਈ ਸਮਾਜ ਇਹੋ ਜਿਹਾ, ਸਾਡੇ ਕੋਲ ਫੂਲਨ ਦੇਵੀ ਵਾਲਾ ਕਾਂਡ ਸੀ ਨਾ। ਫੂਲਨ ਦੇਵੀ ਦੀਆਂ ਦੋ ਗਲਤੀਆਂ ਸੀ ਵੀ ਇੱਕ ਤੋਂ ਔਰਤ, ਦੂਸਰੀ ਉਹ ਦਲਿਤ ਪਰਿਵਾਰ ਵਿੱਚ ਪੈਦਾ ਹੋਈ। ਤੇ ਫਿਰ ਕਿਵੇਂ ਜਿਹੜਾ ਸਮਾਜ ਦੇ ਜਿਹੜੇ ਉਹ ਚੌਧਰੀ ਸੀਗੇ ਉਹਨਾਂ ਦੇ ਬੰਨਿਓ ਧੱਕਾ ਕੀਤਾ ਗਿਆ, ਕਿਉਂਕਿ ਉੱਥੇ ਵੀ ਅਣਖ ਦਾ ਮਸਲਾ ਜਿਹੜਾ ਸੀ ਉਹਨਾਂ ਨੇ ਬਣਾਇਆ। ਤੇ ਫੂਲਨ ਦੇਵੀ ਦੇ ਨਾਲ ਕੀ ਹੋਇਆ ਕਿ ਉਹਨੂੰ ਫਿਰ ਹਥਿਆਰ ਚੁੱਕਣਾ ਪਿਆ ਤੇ ਉਸ ਨੂੰ ਫਿਰ ਬੀਹੜ ਜੰਗਲਾਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਉਹ ਇੱਕ ਡਾਕੂ ਬਣ ਕੇ ਸਾਹਮਣੇ ਆਉਂਦੀ ਆ। ਫਿਰ ਇਹ ਜਿਹੀਆਂ ਸਥਿਤੀਆਂ ਇਕੱਲੀ ਫੂਲਨ ਦੇਵੀ ਨੇ ਤਾਂ ਹਥਿਆਰ ਚੱਕ ਲਏ, ਪਰ ਬਾਕੀ ਔਰਤਾਂ ਹਥਿਆਰ ਨਹੀਂ ਚੱਕ ਸਕਦੀਆਂ। ਬਾਕੀ ਔਰਤਾਂ ਦੇ ਨਾਲ ਜਦੋਂ ਮਰਦ ਪ੍ਰਧਾਨ ਸਮਾਜ ਦੇ ਵਿੱਚ ਮਰਦਾਊ ਸੋਚ ਵਾਲੇ ਜਿਹੜੇ ਮਰਦ ਆ ਜਦੋਂ ਇਹੋ ਜਿਹੀਆਂ ਹਰਕਤਾਂ ਕਰਦੇ ਆ ਤੇ ਉਦੋਂ ਲੱਗਦਾ ਹੈ ਕਿ ਇਹ ਦੇਸ਼ ਆਜ਼ਾਦ ਨਹੀਂ। ਇੱਥੇ ਵਾਕਿਆ ਹੀ ਬਹੁਤ ਗੰਦੀਆਂ ਘਟਨਾਵਾਂ ਨੂੰ ਸਰਅੰਜਾਮ ਦੇਣ ਵਾਲੇ ਇਹ ਲੋਕ, ਗੰਦੀਆਂ ਸੋਚਾਂ ਵਾਲੇ, ਸੌੜੀਆਂ ਸੋਚਾਂ ਵਾਲੇ ਬੈਠੇ ਹੋਏ ਆ। ਆਜ਼ਾਦ ਮੁਲਕ ਵਿੱਚ ਹੀ ਫੂਲਨ ਦੇਵੀ ਨਾਲ ਹੋਇਆ ਸੀਗਾ, ਉਹ ਕਿਹੜਾ ਕਿਸੇ ਗੁਲਾਮ ਮੁਲਕ ਦੇ ਵਿੱਚ ਹੋਇਆ ਸੀਗਾ ਤੇ ਜਾ ਹੀ ਨਹੀਂ ਰਿਹਾ। ਤਾਂ ਔਰਤਾਂ ਦੇ ਨਾਲ ਜਿਹੜੇ ਸਮੂਹਕ ਬਲਾਤਕਾਰ ਆ ਇਹ ਸਦੀਆਂ ਤੋਂ ਚੱਲ ਰਹੇ ਆ। ਪਰ ਪੁਰਾਣੇ ਸਮਿਆਂ ਤੋਂ ਹਮਲਾਵਰ ਫੌਜਾਂ, ਹਾਰੀਆਂ ਫੌਜਾਂ ਜਾਂ ਕੌਮਾਂ ਦੀਆਂ ਔਰਤਾਂ ਨਾਲ ਸਮੂਹਕ ਬਲਾਤਕਾਰ ਕਰਨੇ ਆਪਣਾ ਧਰਮ ਸਮਝਦੇ ਸਨ ਉਸ ਜ਼ਮਾਨੇ 'ਚ। ਅੱਜ ਵੀ ਸਮੂਹਕ ਬਲਾਤਕਾਰ ਦੀਆਂ ਘਟਨਾਵਾਂ ਜਰਾਇਮ ਪੇਸ਼ਾ ਪ੍ਰਵਿਰਤੀ ਦੇ ਲੋਕਾਂ ਵੱਲੋਂ ਕੀਤੀਆਂ ਜਾਂਦੀਆਂ ਨੇ। ਫੌਜੀਆਂ ਵੱਲੋਂ ਅੱਜ ਵੀ ਸਮੂਹਕ ਬਲਾਤਕਾਰ ਆਮ ਗੱਲ ਹੈ। ਭਾਰਤ ਵਰਗੇ ਦੇਸ਼ ਵਿੱਚ ਧਾਰਮਿਕ ਦੰਗਿਆਂ ਜਾਂ ਪਛੜੀਆਂ ਅਤੇ ਅਛੂਤ ਜਾਤਾਂ ਦੀਆਂ ਔਰਤਾਂ ਜਾਂ ਗਰੀਬ ਔਰਤਾਂ ਨਾਲ ਸਮੂਹਕ ਬਲਾਤਕਾਰ ਆਮ ਘਟਨਾਵਾਂ ਨੇ। ਸਮਾਜ ਦੀ ਇੱਕ ਤਰਾਸਦੀ ਇਹ ਵੀ ਹੈ ਕਿ ਸਮੂਹਕ ਜਾਂ ਵਿਅਕਤੀਗਤ ਬਲਾਤਕਾਰ ਦੀ ਸ਼ਿਕਾਰ ਔਰਤ ਨੂੰ ਸਰੀਰਕ ਤੇ ਮਾਨਸਿਕ ਸੰਤਾਪ ਵਿੱਚੋਂ ਤਾਂ ਲੰਘਣਾ ਪੈਂਦਾ ਹੀ ਹੈ। ਅਗਰ ਉਹ ਲੜਕੀ ਕੁਆਰੀ ਹੋਵੇ ਤਾਂ ਉਸ ਨਾਲ ਕੋਈ ਮਰਦ ਵਿਆਹ ਕਰਾਉਣ ਲਈ ਤਿਆਰ ਨਹੀਂ ਹੁੰਦਾ। ਇੱਥੇ ਮੈਂ
ਦਿੱਲੀ ਵਾਲੀ ਘਟਨਾ ਨਿਰਭਇਆ ਕਾਂਡ ਦੀ ਕਰਨੀ ਚਾਹੁੰਦਾ ਕਿ ਕਿਵੇਂ ਉਹ ਕੁੜੀ ਆਪਣੇ ਦੋਸਤ ਨਾਲ ਬੱਸ 'ਚ ਜਾਂਦੀ ਆ ਤੇ ਕਿਸ ਤਰੀਕੇ ਦੇ ਨਾਲ ਉਸ ਦੇ ਨਾਲ ਉਹ ਬੱਸ ਵਿੱਚ ਸਵਾਰ ਜਿਹੜੇ ਲੋਕ ਸੀਗੇ ਉਹਨਾਂ ਨੇ ਉਹਦੇ ਦੋਸਤ ਨੂੰ ਵੀ ਮਾਰਿਆ ਕੁੱਟਿਆ ਤੇ ਉਸ ਲੜਕੀ ਨਾਲ ਬਲਾਤਕਾਰ ਕਰਕੇ ਮੁੜ ਕੇ ਉਸ ਦੇ ਗੁਪਤ ਅੰਗ ਦੇ ਵਿੱਚ ਜਿਹੜੇ ਸਰੀਏ ਪਾ ਦਿੱਤੇ। ਇਹ ਇੱਕ ਘਟਨਾ ਨਹੀਂ ਸੀ, ਇਹ ਕਈ ਘਟਨਾਵਾਂ ਸੀ ਜੋ ਵਾਕਿਆ ਹੀ ਦੁੱਖ ਦਿੰਦੀਆਂ ਕਿ ਇਸ ਮੁਲਕ ਦੇ ਵਿੱਚ ਇਹ ਕੀ ਹੋ ਰਿਹਾ। ਮੈਂ ਇੱਥੇ ਸਨ 84 ਦੀ ਗੱਲ ਵੀ ਕਰਨਾ ਚਾਹੂੰਗਾ। ਇਸ ਦੇਸ਼ ਦੇ ਵਿੱਚ ਬੇਸ਼ਰਮੀ ਦੀ ਹੱਦ ਹਰੇਕ ਔਰਤ ਨਾਲ ਕਰਨ ਵਾਲੇ ਜਿਹੜੇ ਉਹ ਦਰਿੰਦੇ ਆ ਉਹ ਕਿਸੇ ਨਾ ਕਿਸੇ ਸਮਾਜ ਦੇ ਵਿੱਚ ਹੈਗੇ ਹੀ ਆ। 84 ਸਿੱਖ ਕਤਲੇਆਮ ਹੁੰਦਾ ਆ, ਸਿੱਖ ਬੱਚੀਆਂ ਨਾਲ, ਸਿੱਖ ਮਾਵਾਂ ਦੇ ਨਾਲ, ਸਿੱਖ ਬਜ਼ੁਰਗ ਔਰਤਾਂ ਦੇ ਨਾਲ ਸਮੂਹਕ ਜਬਰ ਜਨਾਹ ਕੀਤੇ ਗਏ ਆ ਔਰ ਉਹਨਾਂ ਨੂੰ ਬਾਅਦ ਵਿੱਚ ਮਾਰ ਦਿੱਤਾ ਗਿਆ ਹੈ। ਕੀ ਦੋਸ਼ ਸੀਗਾ? ਪਰ ਇੱਥੇ ਸਵਾਲ ਕੱਲਾ ਦੇਸ਼ ਦੀਆਂ ਸਿੱਖ ਔਰਤਾਂ ਦਾ ਨਹੀਂ ਸੀਗਾ, ਇਸ ਦੇਸ਼ ਦੀਆਂ ਔਰਤਾਂ ਦੇ ਨਾਲ ਅਜਿਹਾ ਕਿਉਂ ਕੀਤਾ ਜਾ ਰਿਹਾ? ਕਿ ਵੈਸ਼ੀ ਦਰਿੰਦੇ ਜਿਹੜੇ ਹੈ ਉਹਨਾਂ ਦੇ ਵਾਸਤੇ ਕਰੜੀ ਸਜ਼ਾ ਨਹੀਂ ਸੀ ਚਾਹੀਦੀ ਕਿ ਇਹੋ ਜਿਹਿਆਂ ਨੂੰ ਗ੍ਰਿਫਤਾਰ ਕਰਕੇ ਤੇ ਇਹਨਾਂ ਨੂੰ ਸਗੋਂ ਮੈਨੂੰ ਲੱਗਦਾ ਕਿ ਮੁਗਲੀਆ ਕਾਲ ਦੇ ਵਿੱਚ ਜਿਸ ਤਰੀਕੇ ਦੀਆਂ ਸਜ਼ਾਵਾਂ ਦਿੱਤੀਆਂ ਜਾਂਦੀਆਂ ਸੀ, ਜੇ ਕਿਤੇ ਇੱਕ ਵਾਰੀ ਇਹੋ ਜਿਹੇ ਬਲਾਤਕਾਰੀਆਂ ਨੂੰ ਸਜ਼ਾਵਾਂ ਦੇ ਦਿੱਤੀਆਂ ਜਾਣ ਤਾਂ ਮੁੜ ਕੇ ਉਹ ਇਹੋ ਜਿਹੇ ਘਿਨਾਉਣੇ ਅਪਰਾਧ ਕਰਨ ਤੋਂ ਜ਼ਰੂਰ ਭੱਜਣਗੇ। ਪਰ ਨਹੀਂ, ਸਾਡੇ ਦੇਸ਼ ਵਿੱਚ ਬਲਾਤਕਾਰੀਆਂ ਵਾਸਤੇ ਕੋਈ ਕਰੜਾ ਕਾਨੂੰਨ ਨਹੀਂ ਹੈਗਾ। ਇਹੀ ਸਭ ਤੋਂ ਵੱਡੀ ਸਮੱਸਿਆ ਆ। ਦੂਸਰੇ ਪਾਸੇ ਆ ਕਿ ਮਰਦ ਵੱਲੋਂ ਆਪਣੀ ਕਾਮਕ ਭੁੱਖ ਜਾਂ ਤਾਕਤ, ਸਰੀਰਕ ਰਾਜਨੀਤਿਕ ਦੌਲਤ ਦੇ ਨਸ਼ੇ ਵਿੱਚ ਜਿੱਥੇ ਇੱਕ ਪਾਸੇ ਬਲਾਤਕਾਰ ਵਰਗੇ ਜੁਰਮ ਕੀਤੇ ਜਾ ਰਹੇ ਨੇ, ਉੱਥੇ ਹਰ ਸਮਾਜ ਵਿੱਚ ਔਰਤ ਨੂੰ ਸਿੱਧੇ ਜਾਂ ਸਿੱਧੇ ਢੰਗ ਨਾਲ ਵੇਸ਼ਵਾ ਗਮਣੀ ਲਈ ਵੀ ਮਜਬੂਰ ਕੀਤਾ ਜਾਂਦਾ ਹੈ। ਔਰਤ ਨੂੰ ਮਜਬੂਰੀ ਬਸ ਆਪਣਾ ਸਰੀਰ ਵੇਚਣਾ ਪੈਂਦਾ ਆ। ਦੁਨੀਆ ਭਰ ਵਿੱਚ ਇਹ ਇੱਕ ਬਹੁਤ ਵੱਡਾ ਬਿਜ਼ਨਸ ਬਣ ਚੁੱਕਿਆ ਆ। ਇੱਥੇ ਵੀ ਔਰਤਾਂ ਨਾਲ ਅਨੇਕਾਂ ਵਾਰ ਜ਼ਬਰਦਸਤੀ ਕੀਤੀ ਜਾਂਦੀ ਆ, ਉਹਨਾਂ 'ਤੇ ਸਰੀਰਕ ਜ਼ੁਲਮ ਕੀਤੇ ਜਾਂਦੇ ਨੇ, ਅਨੇਕਾਂ ਵਾਰ ਉਹਨਾਂ ਦੇ ਕਤਲ ਕੀਤੇ ਜਾਂਦੇ ਨੇ। ਗਰੀਬ ਦੇਸ਼ਾਂ ਜਾਂ ਪਰਿਵਾਰਾਂ ਦੀਆਂ ਨੌਜਵਾਨ ਲੜਕੀਆਂ ਨੂੰ ਅਮੀਰ ਦੇਸ਼ਾਂ ਜਾਂ ਅਮੀਰ ਲੋਕਾਂ ਵੱਲੋਂ ਸੈਕਸ ਗੁਲਾਮ ਬਣਾ ਕੇ ਸਰੀਰਕ ਤੇ ਮਾਨਸਿਕ ਤਸੀਹੇ ਦਿੱਤੇ ਜਾਂਦੇ ਨੇ। ਸਾਡੇ ਇੱਕ ਸਮੱਸਿਆ ਹੋਰ ਹੈ ਮੁਲਕ ਦੇ ਵਿੱਚ, ਉਹ ਇਹ ਹੈ ਕਿ ਦੁਨੀਆ ਭਰ ਦੇ ਮਰਦ ਪ੍ਰਧਾਨ ਸਮਾਜਾਂ ਵੱਲੋਂ ਔਰਤਾਂ, ਮਾਂ, ਪਤਨੀ, ਧੀ ਨੂੰ ਆਦਿ ਨੂੰ ਆਪਣੇ ਘਰ ਜਾਂ ਪਰਿਵਾਰ ਦੀ ਇੱਜ਼ਤ, ਅਸਲ ਵਿੱਚ ਪ੍ਰਾਪਰਟੀ ਕਹਿ ਲਓ, ਤੇ ਕਹਿ ਕੇ ਔਰਤਾਂ 'ਤੇ ਅਨੇਕਾਂ ਤਰ੍ਹਾਂ ਦੇ ਜ਼ੁਲਮ ਕੀਤੇ ਜਾਂਦੇ ਨੇ। ਉਹਨਾਂ ਦੀ ਨਿੱਜੀ ਆਜ਼ਾਦੀ ਪਰਿਵਾਰ ਦੇ ਮਰਦ ਮੈਂਬਰਾਂ ਦੇ ਉੱਤੇ ਨਿਰਭਰ ਹੁੰਦੀ ਹੈ। ਘਰ ਤੋਂ ਬਾਹਰ ਜਾਣ ਲਈ ਵੀ ਮਰਦ ਦੀ ਇਜਾਜ਼ਤ ਲੈਣੀ ਪੈਂਦੀ ਆ। ਔਰਤ ਇਕੱਲੀ ਘਰ ਤੋਂ ਬਾਹਰ ਨਹੀਂ ਜਾ ਸਕਦੀ। ਤੇ ਜੇ ਕਦੇ ਕਿਤੇ ਘਰ ਦੇ ਵਿੱਚ ਮਰਦ ਨਾ ਹੋਵੇ, ਸਾਡੀ ਬਿਰਤੀ ਇਹੋ ਜਿਹੀ ਬਣ ਚੁੱਕੀ, ਬੂਹਾ ਖੜਕਾ ਦਿਓ ਤੇ ਅੱਗੋਂ ਔਰਤ ਬੂਹਾ ਕਈ ਵਾਰੀ ਨਹੀਂ ਖੋਲ੍ਹਦੀ। ਬਹੁਤੇ ਥਾਵਾਂ 'ਤੇ ਆ ਪੜ੍ਹੇ ਲਿਖਿਆਂ ਦੇ ਵਿੱਚ ਉਹ ਕਹਿਣਗੇ ਜੀ ਘਰੇ ਕੋਈ ਨਹੀਂ ਗਾ। ਮਤਲਬ ਔਰਤ ਨੂੰ ਇੰਨਾ ਕੁ ਦਬਾ ਦਿੱਤਾ ਗਿਆ, ਔਰਤ ਆਪਦੀ ਹੋਂਦ ਸਮਝਦੀ ਨਹੀਂ ਗੀ। ਉਹ ਕਹਿੰਦੀ ਜੀ ਘਰੇ ਕੋਈ ਹੈ ਨਹੀਂ ਗਾ। ਯਾਨੀ ਬੜੀ ਹੈਰਾਨੀ ਹੁੰਦੀ ਆ ਵੀ ਜਦੋਂ ਤੂੰ ਬੀਬੀ ਘਰੇ ਆ ਤੇ ਤੂੰ ਕਹਿੰਦੀ ਘਰੇ ਕੋਈ ਨਹੀਂ ਹੈਗੀ, ਇਹਦਾ ਮਤਲਬ ਤੇਰੀ ਹੋਂਦ ਹੀ ਹੈ ਨਹੀਂ ਗੀ। ਜੇ ਤੇਰੀ ਹੋਂਦ ਹੁੰਦੀ ਤਾਂ ਤੂੰ ਕਹਿੰਦੀ ਵੀ ਹਾਂ ਭਾਈ ਦੱਸੋ ਮੈਂ ਹੈਗੀ ਹਾਂ ਘਰੇ। ਇਹ ਸਥਿਤੀ ਸਾਡੀ ਬਣੀ ਆ। ਕੋਈ ਨੌਜਵਾਨ ਲੜਕੀ ਅਗਰ ਆਪਣੀ ਮਰਜ਼ੀ ਨਾਲ ਕਿਸੇ ਲੜਕੇ ਨਾਲ ਵਿਆਹ ਕਰਵਾ ਲਵੇ ਨਾ, ਤਾਂ ਇੱਜ਼ਤ ਦੇ ਨਾਮ ਦੇ ਉੱਤੇ ਲੜਕੀਆਂ ਦਾ ਕਤਲ ਕਰ ਦਿੱਤਾ ਜਾਂਦਾ। ਤੇ ਅਨੇਕਾਂ ਵਾਰ ਲੜਕੀ ਅਗਰ ਆਪਣੀ ਜਾਤ, ਕਬੀਲੇ, ਧਰਮ ਆਦਿ ਤੋਂ ਵਿਆਹ ਕਰ ਲਵੇ ਜਾਂ ਪ੍ਰੇਮ ਸੰਬੰਧ ਬਣਾ ਲਵੇ ਤਾਂ ਵੀ ਕਤਲ ਜਿਹੜੇ ਆ ਉਹ ਕਰ ਦਿੱਤੇ ਜਾਂਦੇ ਆ, ਜੋ ਕਿ ਅੱਜ ਵੀ ਜਾਰੀ ਨੇ। ਪ੍ਰੇਮ ਸੰਬੰਧਾਂ ਵਿੱਚ ਕਈ ਵਾਰੀ ਲੜਕੇ ਨੂੰ ਕਤਲ ਕਰਕੇ ਲੜਕੀ ਨੂੰ ਕਿਸੇ ਵੱਡੀ ਉਮਰ ਦੇ ਬੰਦੇ ਨਾਲ ਧੱਕੇ ਨਾਲ ਵਿਆਹ ਦਿੱਤਾ ਜਾਂਦਾ ਤੇ ਕਈ ਵਾਰੀ ਅਜਿਹੇ ਕੇਸਾਂ ਵਿੱਚ ਲੜਕੀ ਦੇ ਨਾਲ ਸਮੂਹਕ ਬਲਾਤਕਾਰ ਕੀਤੇ ਜਾਂਦੇ ਆ। ਘਰੇਲੂ ਹਿੰਸਾ ਸਦੀਆਂ ਤੋਂ ਔਰਤਾਂ ਤੇ ਮਰਦਾਂ ਨਾਲ ਵੱਖ-ਵੱਖ ਢੰਗਾਂ ਨਾਲ ਜਿਹੜੇ ਆ ਅਤਿਆਚਾਰ ਹੁੰਦੇ ਆਏ ਆ। ਘਰਾਂ ਵਿੱਚ ਛੋਟੇ-ਛੋਟੇ ਘਰੇਲੂ ਝਗੜਿਆਂ ਤੋਂ ਲੈ ਕੇ ਨਸ਼ੇ ਕਰਕੇ ਸੈਕਸ ਕਾਰਨ ਔਰਤਾਂ ਨੂੰ ਮਰਦਾਂ ਵੱਲੋਂ ਅਕਸਰ ਕੁੱਟਿਆ ਮਾਰਿਆ ਜਾਂਦਾ ਆ। ਇਹ ਵਰਤਾਰਾ ਥਰਡ ਵਰਲਡ ਦੇਸ਼ਾਂ ਵਿੱਚ ਵੀ ਨਹੀਂ ਸਗੋਂ ਵਿਕਸਿਤ ਦੇਸ਼ਾਂ ਵਿੱਚ ਅੱਜ ਵੀ ਜਾਰੀ ਹੈ। ਵਿਮਨ ਸ਼ੈਲਟਰ ਹੋਮ ਅਜਿਹੇ ਕੇਸਾਂ ਨਾਲ ਭਰੇ ਪਏ ਆ। ਘਰੇਲੂ ਹਿੰਸਾ ਦੇ ਅੰਕੜਿਆਂ ਅਨੁਸਾਰ ਕਤਲ ਕੇਸਾਂ ਵਿੱਚੋਂ 3 ਵਿੱਚੋਂ 2 ਮਰਨ ਵਾਲੀਆਂ ਔਰਤਾਂ ਘਰੇਲੂ ਹਿੰਸਾ ਦੀਆਂ ਸ਼ਿਕਾਰ ਹੁੰਦੀਆਂ ਨੇ। ਦੁਨੀਆ ਦੇ ਸਭ ਤੋਂ ਵਿਕਸਿਤ ਦੇਸ਼ ਅਮਰੀਕਾ ਵਿੱਚ ਹੀ 40 ਲੱਖ ਤੋਂ ਵੱਧ ਔਰਤਾਂ ਹਰ ਸਾਲ ਘਰੇਲੂ ਹਿੰਸਾ ਦਾ ਸ਼ਿਕਾਰ ਹੁੰਦੀਆਂ। ਤੁਹਾਨੂੰ ਹੈਰਾਨੀ ਹੋਊਗੀ ਸੁਣ ਕੇ, ਸਿਰਫ ਅਮਰੀਕਾ ਵਿੱਚ ਹੀ ਹਰ ਮਿੰਟ ਵਿੱਚ 6 ਔਰਤਾਂ ਕਿਸੇ ਨਾ ਕਿਸੇ ਤਰ੍ਹਾਂ ਹਿੰਸਾ ਦਾ ਸ਼ਿਕਾਰ ਹੁੰਦੀਆਂ ਨੇ ਤੇ ਅਮਰੀਕਾ ਵਿੱਚ ਹਰ 5 ਵਿੱਚੋਂ 1 ਔਰਤ ਆਪਣੇ ਜੀਵਨ ਕਾਲ ਵਿੱਚ ਬਲਾਤਕਾਰ ਦਾ ਸ਼ਿਕਾਰ ਹੁੰਦੀ ਹੈ। ਘਰੇਲੂ ਹਿੰਸਾ, ਸਰੀਰਕ ਕੁੱਟਮਾਰ, ਬਲਾਤਕਾਰ, ਮਾਨਸਿਕ ਤਸੀਹੇ ਦਾ 16 ਤੋਂ 35 ਸਾਲ ਦੀ ਉਮਰ ਦੀਆਂ ਲੜਕੀਆਂ ਵੱਧ ਸ਼ਿਕਾਰ ਹੁੰਦੀਆਂ ਨੇ। ਇੱਥੇ ਵਰਲਡ ਹੈਲਥ ਆਰਗੇਨਾਈਜੇਸ਼ਨ WTO ਦੀ ਮੈਂ ਗੱਲ ਕਰਦਾ, ਉਹਨਾਂ ਦੀ ਇੱਕ ਰਿਪੋਰਟ ਦੇ ਮੁਤਾਬਕ ਦੁਨੀਆ ਭਰ ਵਿੱਚ 3 ਵਿੱਚੋਂ
ਇੱਕ ਔਰਤ ਕਿਸੇ ਨਾ ਕਿਸੇ ਢੰਗ ਨਾਲ ਮਰਦ ਹੱਥੋਂ ਹਿੰਸਾ ਦਾ ਸ਼ਿਕਾਰ ਹੁੰਦੀ ਹੈ। ਕਤਲਾਂ ਦੇ ਅੰਕੜਿਆਂ ਅਨੁਸਾਰ ਕਤਲ ਹੋਣ ਵਾਲੀਆਂ ਔਰਤਾਂ ਵਿੱਚੋਂ 38% ਔਰਤਾਂ ਦੇ ਕਤਲ ਉਹਨਾਂ ਦੇ ਪਤੀ ਜਾਂ ਬॉयਫ੍ਰੈਂਡ ਵੱਲੋਂ ਕੀਤੇ ਜਾਂਦੇ ਆ। ਸਾਡੇ ਹੁਣ ਨਾ ਇਹਨਾਂ ਦਿਨਾਂ 'ਚ 2 ਲੜਕੀਆਂ ਦੇ ਕੇਸ ਕਾਫੀ ਚਰਚਿਤ ਹੋਏ। ਦਿੱਲੀ ਦੇ ਵਿੱਚ ਜਦੋਂ ਉਹਦੇ ਦੋਸਤ ਨੇ ਉਹਦੇ ਟੁਕੜੇ ਕਰਕੇ ਕਈ ਜਗ੍ਹਾ ਖਿਲਾਰਤੇ, ਇੱਕ ਹੋਰ ਨੇ ਉਹਦੇ ਟੁਕੜੇ ਕਰਕੇ ਫਰੀਜ਼ਰ ਦੇ ਵਿੱਚ ਰੱਖ ਦਿੱਤੇ। ਤਾਂ ਇਸ ਤਰ੍ਹਾਂ ਦੇ ਜਿਹੜੇ ਅਪਰਾਧ ਆ ਉਹ ਬਹੁਤ ਦੇਖਣ ਦੇ ਵਿੱਚ ਆਉਂਦੇ ਆ। ਸਾਊਥ ਏਸ਼ੀਅਨ ਦੇਸ਼ਾਂ ਵਿੱਚ ਔਰਤਾਂ ਕੋਲ ਅਜਿਹੇ ਸਮਾਜਿਕ ਹੱਕ ਨਹੀਂ ਹੈ ਕਿ ਘਰੇਲੂ ਹਿੰਸਾ ਦੀਆਂ ਸ਼ਿਕਾਰ ਔਰਤਾਂ ਆਪਣੇ ਸਾਊਥ ਏਸ਼ੀਅਨ ਦੇਸ਼ਾਂ ਵਿੱਚ ਔਰਤਾਂ ਦੇ ਕੋਲੇ ਅਜਿਹੇ ਸਮਾਜਿਕ ਹੱਕ ਨਹੀਂ ਹੈ ਕਿ ਘਰੇਲੂ ਹਿੰਸਾ ਦੇ ਸ਼ਿਕਾਰ ਔਰਤਾਂ ਆਪਣੇ ਪਤੀ ਜਾਂ ਸਹੁਰਿਆਂ ਖਿਲਾਫ ਜਾ ਸਕਣ। ਕਈ ਵਿਦੇਸ਼ਾਂ ਵਿਚਲੇ ਘਰੇਲੂ ਹਿੰਸਾ ਦੇ ਅੰਕੜੇ ਦੱਸਦੇ ਨੇ ਕਿ ਕਿਵੇਂ ਸ਼ਰਾਬੀ ਜਾਂ ਨਸ਼ਈ ਪਤੀ ਔਰਤਾਂ 'ਤੇ ਜ਼ੁਲਮ ਕਰਦੇ ਨੇ, ਕੁੱਟਦੇ ਮਾਰਦੇ ਨੇ ਅਤੇ ਸਰੀਰਕ ਅਤੇ ਮਾਨਸਿਕ ਤਸੀਹੇ ਜੋ ਨੇ ਉਹ ਦਿੰਦੇ ਨੇ। ਇੱਥੇ ਇਹ ਯਾਦ ਰੱਖਣ ਯੋਗ ਹੈ ਕਿ ਬਹੁਤ ਸਾਰੇ ਕੇਸਾਂ ਵਿੱਚ ਔਰਤਾਂ ਰਿਪੋਰਟ ਦਰਜ ਨਹੀਂ ਕਰਵਾਉਂਦੀਆਂ। ਸਾਡੇ ਇੱਥੇ ਜੋ ਸਥਿਤੀ ਹੈ, ਕਿਉਂਕਿ ਸਮਾਜਿਕ ਪੱਧਰ 'ਤੇ ਇਹ ਸਮਝਿਆ ਜਾਂਦਾ ਹੈ ਕਿ ਇਸ ਨਾਲ ਪੀੜਤਾ ਦੀ ਬਦਨਾਮੀ ਹੋਊਗੀ, ਇਸ ਨਾਲ ਅਪਰਾਧੀ ਪ੍ਰਵਿਰਤੀਆਂ ਵਾਲੇ ਵਿਅਕਤੀਆਂ ਨੂੰ ਹੋਰ ਉਤਸ਼ਾਹ ਮਿਲੂਗਾ ਅਤੇ ਉਹ ਛੋਟੇ ਅਪਰਾਧ ਤੋਂ ਘਿਨੌਣੇ ਅਪਰਾਧ ਕਰਨ ਦੇ ਵੱਲ ਫੇਰ ਵੱਧਦੇ ਜਾਂਦੇ ਆ। ਔਰਤਾਂ ਵਿਰੁੱਧ ਹਿੰਸਾ ਸਮਾਜਿਕ ਪੱਧਰ 'ਤੇ ਸਿੱਖਿਆ ਗਿਆ ਵਤੀਰਾ ਅਤੇ ਭਾਵ ਮਰਦਾਂ ਔਰਤਾਂ ਵਿਰੁੱਧ ਅਪਰਾਧ ਕਰਨ ਦੀਆਂ ਜਿਹੜੀਆਂ ਆਦਤਾਂ ਆ ਸਮਾਜ ਵਿੱਚੋਂ ਹੀ ਗ੍ਰਹਿਣ ਕਰਦੇ ਨੇ। ਸਮਾਜ ਸਿੱਧੇ ਢੰਗ ਨਾਲ ਔਰਤਾਂ ਵਿਰੁੱਧ ਹੁੰਦੇ ਵਿਤਕਰਿਆਂ ਨੂੰ ਪ੍ਰਵਾਨ ਕਰਦਾ ਹੈ। ਅਸੀਂ ਆਂਢੀ ਗੁਆਂਢੀ ਵੇਹਨੇ ਆ, ਸਮਾਜ ਵੇਹਦਾ, ਪਰ ਕੋਈ ਬਹੁਤਾ ਬੋਲਦਾ ਨਹੀਂ, ਕੁਸਕਦੇ ਨਹੀਂ, ਕਹਿੰਦੇ ਛੱਡੋ ਪਰੇ ਉਹਨਾਂ ਦਾ ਘਰੇਲੂ ਮਸਲਾ ਹੋਊਗਾ, ਛੱਡੋ ਪਰੇ ਉਹਨਾਂ ਦੀ ਕੁੜੀ ਆ, ਉਹਨਾਂ ਦੀ ਬੁੜੀ ਆ, ਉਹਨਾਂ ਦਾ ਫਲਾਨਾ, ਐਂ ਕਹਿ ਦਿੰਦੇ ਆ, ਅਸੀਂ ਕੋਈ ਪ੍ਰਵਾਹ ਨਹੀਂ ਮੰਨਦੇਗੇ। ਅਤੇ ਬਹੁਤ ਵਾਰ ਪੀੜਤ ਔਰਤ ਉੱਤੇ ਇਲਜ਼ਾਮ ਲਾਇਆ ਜਾਂਦਾ ਹੈ ਕਿ ਉਹਨਾਂ ਦੇ ਵਤੀਰੇ ਕਾਰਨ ਇਹ ਅਪਰਾਧ ਹੋਏ ਨੇ। ਅਜਿਹੇ ਅਪਰਾਧਾਂ ਨੂੰ ਘਟਾਉਣਾ ਬਹੁਤ ਜ਼ਰੂਰੀ ਹੈ। ਔਰਤਾਂ ਸਰੀਰਕ ਸ਼ੋਸ਼ਣ ਵਿਰੁੱਧ ਲੜਨ ਲਈ ਤਿਆਰ ਰਹਿਣ। ਅਜਿਹੀ ਸਮਝ ਪਰਿਵਾਰਕ ਪੱਧਰ 'ਤੇ ਹੀ ਵਿਕਸਿਤ ਕੀਤੀ ਜਾਂਦੀ ਹੈ, ਜਿਸ ਵਿੱਚ ਧੀਆਂ ਨੂੰ ਚੇਤਨ ਕਰਨ ਦੀ ਜ਼ਰੂਰਤ ਹੈ ਕਿ ਕਿਸੇ ਤਰ੍ਹਾਂ ਦੀ ਛੇੜਛਾੜ ਦੀ ਗੱਲ ਮਾਪਿਆਂ ਨਾਲ ਸਾਂਝੀ ਕੀਤੀ ਜਾਣੀ ਚਾਹੀਦੀ ਹੈ। ਕਈ ਵਾਰੀ ਘਰ ਦੇ ਵਿੱਚ ਕੋਈ ਰਿਸ਼ਤੇਦਾਰ ਆਏ ਹੁੰਦੇ ਨੇ ਅਤੇ ਬੱਚੇ ਨਾਲ ਉਹੀ ਖਾਸ ਤੌਰ 'ਤੇ ਕੁੜੀ ਦੇ ਨਾਲ ਜੋ ਹਰਕਤਾਂ ਕੀਤੀਆਂ, ਕਈ ਵਾਰੀ ਬੱਚੀ ਦੱਬ ਜਾਂਦੀ ਆ, ਸਹਿਮ ਜਾਂਦੀ ਆ, ਬਦਨਾਮੀ ਡਰੋਂ ਵੀ ਮੈਨੂੰ ਮਾਪੇ ਕੁੱਟਣ ਨਾ। ਪਰ ਬੱਚੀਆਂ ਨੂੰ ਮੈਂ ਜ਼ਰੂਰ ਇਹ ਗੱਲ ਕਹੂੰਗਾ, ਮਾਪਿਆਂ ਨੂੰ ਵੀ ਜ਼ਰੂਰ ਇਹ ਗੱਲ ਕਹੂੰਗਾ ਕਿ ਆਪਣੀਆਂ ਬੱਚੀਆਂ ਨੂੰ ਛੋਟੀ ਉਮਰ ਤੋਂ ਹੀ ਇਹ ਦੱਸ ਦਿਓ, ਕਿਉਂਕਿ ਗੁੱਡ ਟੱਚ ਅਤੇ ਬੈਡ ਟੱਚ ਵਾਲੀ ਜਿਹੜੀ ਗੱਲ ਹੈ, ਜੇ ਬੱਚੀਆਂ ਨੂੰ ਛੋਟੀ ਹੁੰਦੀਆਂ ਨੂੰ ਸਮਝਾ ਦਿਓ ਨਾ, ਅਤੇ ਉਹ ਵੈਸੇ ਵੀ ਕਹਿੰਦੇ ਹੁੰਦੇ ਆ ਕਿ ਜਿਹੜੀ ਲੜਕੀ ਹੁੰਦੀ ਆ ਉਸ ਨੂੰ ਰੱਬ ਨੇ ਇੱਕ ਜਿਹੜੀ ਆ ਸੈਂਸ ਉਹ ਵੱਧ ਵਰਤੀ ਆ, 6 ਸੈਂਸ ਉਹਨੂੰ ਆਪਾਂ ਕਹਿੰਦੇ ਹਾਂ। ਅਤੇ ਲੜਕੀਆਂ ਬਹੁਤ ਜਲਦੀ ਗੁੱਡ ਟੱਚ ਅਤੇ ਬੈਡ ਟੱਚ ਵੀ ਫੀਲ ਕਰ ਲੈਂਦੀਆਂ, ਸਮਝ ਲੈਂਦੀਆਂ। ਉਮੀਦ ਕਰਦਾ ਕਿ ਹੁਣ ਦੀਆਂ ਲੜਕੀਆਂ ਜਿਹੜੀਆਂ ਆ ਉਹਨਾਂ ਦੇ ਮਾਪੇ ਉਹਨਾਂ ਨੂੰ ਜਾਗਰੂਕ ਕਰਨ। ਕੁੜੀਆਂ ਨੂੰ ਵੀ ਜਾਗਰੂਕ ਹੋਣਾ ਚਾਹੀਦਾ। ਕਿਸੇ ਵੀ ਕੁੜੀ, ਕਿਸੇ ਵੀ ਔਰਤ ਨਾਲ ਕਿਸੇ ਵੀ ਪੱਧਰ ਦੇ ਉੱਤੇ ਅਗਰ ਕੋਈ ਇਹੋ ਜਿਹੀ ਘਟਨਾ ਵਾਪਰਦੀ ਹੈ ਤਾਂ ਉਹਨੂੰ ਖੁੱਲ੍ਹ ਕੇ ਸਾਹਮਣੇ ਆਉਣਾ ਚਾਹੀਦਾ, ਨਾ ਕਿ ਦਬਾਉਣਾ ਚਾਹੀਦਾ। ਦੂਸਰੀ ਗੱਲ, ਜਾਂਦਾ ਮੈਂ ਦੱਸੂਗਾ, ਆਮਿਰ ਖਾਨ ਦੇ ਪ੍ਰੋਗਰਾਮ ਸੱਤਿਆਮੇਵ ਜਯਤੇ ਵਿੱਚ ਇੱਕ ਬਹੁਤ ਉੱਘੀ ਮਾਹਰ ਔਰਤ ਆਈ। ਤਾਂ ਜਦੋਂ ਕਿਸੇ ਔਰਤ ਨਾਲ ਬਲਾਤਕਾਰ ਕੀਤਾ ਜਾਂਦਾ ਅਤੇ ਕਹਿ ਦਿੱਤਾ ਜਾਂਦਾ ਕਿ ਹੁਣ ਤਾਂ ਇਹਦੀ ਇੱਜ਼ਤ ਚਲੀ ਗਈ ਹੈ ਅਤੇ ਇਸ ਦੀ ਇੱਜ਼ਤ ਜਿਹੜੀ ਹੈ ਉਹ ਹੁਣ ਵਿਆਹ ਨਹੀਂ ਹੋਣ ਦੇਊਗੀ ਕਿਉਂਕਿ ਇੱਜ਼ਤ ਖਰਾਬ ਹੋ ਗਈ ਹੈ, ਤਾਂ ਉੱਥੇ ਮੈਂ ਉਸ ਮਾਹਰ ਔਰਤ ਦੀ ਗੱਲ ਕਹੂੰਗਾ ਕਿ ਅਗਰ ਔਰਤ ਦੀ ਇੱਜ਼ਤ ਉਸ ਦੀ ਯੋਨੀ ਦੇ ਵਿੱਚ ਰੱਖੀ ਹੋਈ ਹੈ ਤਾਂ ਫਿਰ ਇਹ ਕਿਸ ਨੇ ਬਣਾਇਆ ਕਿ ਔਰਤ ਦੀ ਜਿਹੜੀ ਇੱਜ਼ਤ ਸਿਰਫ ਉਹਦੀ ਯੋਨੀ 'ਚ ਪਈ ਹੈ। ਜੇ ਔਰਤ ਨਾਲ ਇਸ ਤਰ੍ਹਾਂ ਦਾ ਘਟਨਾ ਵਾਪਰ ਜਾਂਦੀ ਹੈ ਤਾਂ ਕੀ ਫਿਰ ਔਰਤ ਖਤਮ ਹੋ ਗਈ ਆ? ਇਹ ਲਾਹਨਤੀ ਸੋਚ ਹੈ, ਇਹ ਘਟੀਆ ਸੋਚ ਹੈ, ਇਹਨੂੰ ਛੱਡ ਦੇਣਾ ਚਾਹੀਦਾ ਆ। ਔਰਤ ਦਾ ਤਾਂ ਇਹਦੇ ਵਿੱਚ ਦੋਸ਼ ਹੀ ਕੁਛ ਨਹੀਂ ਸੀਗਾ ਅਤੇ ਤੁਸੀਂ ਔਰਤ ਨੂੰ ਇੰਨੀ ਪਾਪਣ ਬਣਾ ਦਿੱਤਾ ਗਿਆ ਆ, ਇੰਨੀ ਕੁ ਜ਼ਿਆਦਾ ਉਹਨੂੰ ਘਟੀਆ ਸ਼ਬਦ ਕਰ ਦਿੱਤਾ ਆ। ਸਾਨੂੰ ਆਪਣੀ ਇਹ ਸੜੀ ਹੋਈ ਸੋਚ ਜਿਹੜੀ ਆ ਸਮਾਜ ਨੂੰ ਬਦਲਣੀ ਪਊਗੀ। ਸੋ ਇਹ ਸੀ ਜੀ 2 ਖਬਰਾਂ ਜਿਨ੍ਹਾਂ ਦੇ ਉੱਤੇ ਗੱਲਬਾਤ ਕੀਤੀ। ਕਿੱਦਾਂ ਲੱਗਦੇ ਨੇ ਸਾਡੇ ਪ੍ਰੋਗਰਾਮ, ਇਸ ਬਾਰੇ ਸਾਨੂੰ ਜ਼ਰੂਰ ਦੱਸਿਆ ਕਰੋ। ਇੱਥੇ ਹੀ ਸਮਾਪਤ ਕਰਦੇ ਹਾਂ। ਧੰਨਵਾਦ। ਜਦੋਂ ਯੂਐਸ ਅਤੇ ਕੈਨੇਡਾ ਵਿਚਕਾਰ ਸਰਹੱਦ ਪਾਰ ਸ਼ਿਪਿੰਗ ਦੀ ਗੱਲ ਆਉਂਦੀ ਹੈ ਤਾਂ ਤੁਹਾਨੂੰ ਲੋੜ ਹੈ ਅਜਿਹੀ ਕੰਪਨੀ ਦੀ ਜਿਸ ਤੇ ਤੁਸੀਂ ਭਰੋਸਾ ਕਰ ਸਕੋ, ਜਿਸ ਕੋਲ ਕੰਮ ਨੂੰ ਸਹੀ ਢੰਗ ਨਾਲ ਕਰਨ ਦਾ ਅਨੁਭਵ, ਮੁਹਾਰਤ ਅਤੇ ਸਰੋਤ ਹੋਣ। ਤੁਹਾਨੂੰ ਲੋੜ ਹੈ ਫੋਰਟਰੈਕਸ ਦੀ। ਉੱਤਰੀ ਅਮਰੀਕਾ ਵਿੱਚ ਪ੍ਰਮੁੱਖ ਕ੍ਰਾਸ ਬਾਰਡਰ ਟਰੱਕਿੰਗ ਲਈ ਸਭ ਤੋਂ ਭਰੋਸੇਮੰਦ ਅਤੇ ਤਜਰਬੇਕਾਰ ਕੰਪਨੀ। ਸਤਿ ਸ਼੍ਰੀ ਅਕਾਲ ਜੀ, ਵੈਲਕਮ ਟੂ ਫੋਰਟਰੈਕਸ, ਤੁਹਾਡੀ ਆਪਣੀ ਨਾਰਥ ਅਮਰੀਕਾ ਵਾਈਡ ਕੰਪਨੀ। ਫੋਰਟਰੈਕਸ ਤੁਹਾਨੂੰ ਪ੍ਰੋਵਾਈਡ ਕਰਦੀ ਹੈ ਕੈਨੇਡਾ ਵਾਈਡ ਅਤੇ ਕ੍ਰਾਸ ਬਾਰਡਰ ਟਰਾਂਸਪੋਰਟ ਸਰਵਿਸਿਜ਼, ਜਿੱਥੇ ਕਿ ਡੈਡੀਕੇਟਿਡ ਰਨਸ ਕੈਲੀਫੋਰਨੀਆ ਅਤੇ ਟੈਕਸਸ ਦੇ ਨਾਲ ਕੈਨੇਡਾ ਵਾਈਡ ਫਲੈਕਸੀਬਲ ਵਰਕ ਵੀ ਪ੍ਰੋਵਾਈਡ ਕੀਤਾ ਜਾਂਦਾ ਹੈ। ਸਾਡੀ ਡਿਸਪੈਚ ਟੀਮ ਕੰਜ਼ਿਊਮਰ ਅਤੇ ਕਸਟਮਰ ਦੋਨਾਂ ਲਈ ਹੀ 24 ਆਵਰ ਕੰਮ ਕਰਦੀ ਹੈ ਅਤੇ ਇਸੇ ਦੇ ਨਾਲ ਹੀ 24 ਆਵਰ ਰੋਡ ਸਾਈਡ ਅਸਿਸਟੈਂਸ ਸਾਡੇ ਡਰਾਈਵਰ ਵੀਰਾਂ ਵਾਸਤੇ ਉਪਲਬਧ ਕੀਤੀ ਜਾਂਦੀ ਹੈ।
ਜਿੱਥੇ ਕਿ ਯਾਰਡ ਦੇ ਵਿੱਚ ਹੀ ਤੁਹਾਨੂੰ ਸਕੇਲ, ਕ੍ਰਾਸਟਾਕ ਅਤੇ ਫਿਊਲ ਸਟੇਸ਼ਨ ਦੀਆਂ ਸਰਵਿਸਿਜ਼ ਪ੍ਰੋਵਾਈਡ ਕੀਤੀਆਂ ਜਾਂਦੀਆਂ ਹਨ। ਤੁਹਾਡਾ ਸਮਾਨ ਪਿਆਰ ਤੇ ਵਿਸ਼ਵਾਸ ਕਿੰਨਾ ਜ਼ਿਆਦਾ ਕੀਮਤੀ ਹੈ, ਇਸ ਗੱਲ ਨੂੰ ਫੋਰਟਰੈਕਸ ਚੰਗੀ ਤਰ੍ਹਾਂ ਸਮਝਦਾ ਹੈ ਅਤੇ ਅਸੀਂ ਇਸ ਨੂੰ ਬਹੁਤ ਸਾਵਧਾਨੀ ਤੇ ਧਿਆਨ ਨਾਲ ਤੁਹਾਡੇ ਆਪਣਿਆਂ ਤੱਕ ਪਹੁੰਚਾਉਂਦੇ ਹਾਂ। ਸਾਡੀ ਆਧੁਨਿਕ ਟਰੈਕਿੰਗ ਟੈਕਨੋਲੋਜੀ ਦੀ ਮਦਦ ਨਾਲ ਤੁਸੀਂ ਆਪਣੀ ਸ਼ਿਪਮੈਂਟ ਨੂੰ ਟਰੈਕ ਕਰ ਸਕਦੇ ਹੋ। ਇਸ ਲਈ ਭਾਵੇਂ ਮੰਜ਼ਿਲ ਕਿੰਨੀ ਹੀ ਦੂਰ ਕਿਉਂ ਨਾ ਹੋਏ, ਫੋਰਟਰੈਕਸ ਤੁਹਾਡਾ ਪਿਆਰ ਤੁਹਾਡੇ ਆਪਣਿਆਂ ਤੱਕ ਪਹੁੰਚਾਉਣ ਲਈ ਹੈ ਹਮੇਸ਼ਾ ਤਿਆਰ। ਅੱਜ ਹੀ ਸਾਡੀ ਡਰਾਈਵਰਾਂ, ਵੇਅਰਹਾਊਸਾਂ ਅਤੇ ਲੌਜਿਸਟਿਕ ਮਾਹਿਰਾਂ ਦੇ ਵਿਆਪਕ ਨੈਟਵਰਕ ਨਾਲ ਜੁੜੋ ਤੇ ਆਪਣੇ ਕਾਰੋਬਾਰ ਨੂੰ ਉਚੇਰੇ ਪੱਧਰ ਤੇ ਲੈ ਜਾਓ। ਫੋਰਟਰੈਕਸ ਤੁਹਾਡਾ ਭਰੋਸਾ ਹਮੇਸ਼ਾ ਬਰਕਰਾਰ ਰੱਖਦੀ ਆਈ ਹੈ ਤੇ ਹਮੇਸ਼ਾ ਰੱਖੇਗੀ। ਹੋਰ ਜਾਣਨ ਲਈ ਅੱਜ ਹੀ ਸਾਡੇ ਨਾਲ ਸੰਪਰਕ ਕਰੋ। ਬੈਡ ਹੇਅਰ ਡੇ, ਡੋਂਟ ਵਰੀ, ਅਸੀਂ ਤੁਹਾਡੀ ਹਰ ਜ਼ਰੂਰਤ ਨੂੰ ਸਮਝਦੇ ਹਾਂ। ਸ਼ਹਿਰ ਦੀ ਸਭ ਤੋਂ ਵਧੀਆ ਤੇ ਬਜਟ ਫ੍ਰੈਂਡਲੀ ਹੇਅਰ ਸੈਲੂਨ ਵਿੱਚ ਤੁਹਾਡਾ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਰਮਨ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਜਸ ਆਰਜੇ ਹੇਅਰ ਸਲੂਨ ਤੋਂ। ਸਾਡੇ ਟੈਲੈਂਟਡ ਸਟਾਈਲਿਸਟ ਤੁਹਾਨੂੰ ਆਪਣੀ ਪਸੰਦ ਅਨੁਸਾਰ ਹੇਅਰ ਕੱਟ, ਕਲਰ ਅਤੇ ਸਟਾਈਲ ਦਿੰਦੇ ਨੇ ਜੋ ਤੁਹਾਡੀ ਲੁੱਕ ਨੂੰ ਸੂਟ ਕਰਦਾ ਹੈ। ਇਸ ਲਈ ਸਿਰਫ ਉੱਚ ਗੁਣਵੱਤਾ ਵਾਲੇ ਪ੍ਰੋਡਕਟਸ ਦਾ ਇਸਤੇਮਾਲ ਕੀਤਾ ਜਾਂਦਾ ਹੈ ਤਾਂ ਜੋ ਤੁਹਾਡਾ ਸਟਾਈਲ ਤੇ ਖੂਬਸੂਰਤੀ ਰਹੇ ਹਮੇਸ਼ਾ ਬਰਕਰਾਰ। ਆਰਜੇ ਹੇਅਰ ਸਲੂਨ ਤੁਹਾਨੂੰ ਪ੍ਰੋਵਾਈਡ ਕਰਦਾ ਹੈ ਹੇਅਰ ਸਮੂਥਨਿੰਗ, ਕੈਰਾਟਿਨ ਹੇਅਰ ਸਮੂਥਨਿੰਗ, ਕੈਰਾਟਿਨ ਟ੍ਰੀਟਮੈਂਟਸ, ਹੇਅਰ ਕੱਟ, ਹੇਅਰ ਸਪਾਸ, ਕਲਰ ਕਰੈਕਸ਼ਨਸ, ਰੂਟ ਰੀਟੱਚ, ਹਾਈਲਾਈਟਸ, ਬੈਲਿਆਜ। ਇਸੇ ਦੇ ਨਾਲ ਮੈਨਸ ਸੈਕਸ਼ਨ ਦੇ ਵਿੱਚ ਅਸੀਂ ਪ੍ਰੋਵਾਈਡ ਕਰਦੇ ਹਾਂ ਹੇਅਰ ਕੱਟਸ, ਫੇਡਸ, ਸ਼ੇਵ, ਬੀਅਰਡ ਟ੍ਰਿਮਸ ਐਂਡ ਸਪੈਸ਼ਲੀ ਬੀਅਰਡ ਟ੍ਰਿਮਸ ਵਿਦ ਸੀਜ਼ਰ। ਸਾਡੇ ਕੋਲੇ ਸਾਰਾ ਸਟਾਫ ਬਹੁਤ ਹੀ ਕੁਆਲੀਫਾਈਡ ਹੈ। ਸਾਰੀ ਸਰਵਿਸਿਜ਼, ਵੈਕਸਿੰਗ, ਕੈਰਾਟਿਨ, ਸਮੂਥਨਿੰਗ, ਹਾਈਲਾਈਟਸ, ਐਵਰੀਥਿੰਗ ਵੀ ਪ੍ਰੋਵਾਈਡ ਹੇਅਰ। ਅਸੀਂ ਗਾਰੰਟੀ ਦਿੰਦੇ ਹਾਂ ਕਿ ਸੈਲੂਨ ਤੋਂ ਬਾਹਰ ਨਿਕਲਦੇ ਸਾਰ ਤੁਸੀਂ ਮਹਿਸੂਸ ਕਰੋਗੇ ਥੋੜਾ ਜ਼ਿਆਦਾ ਖੂਬਸੂਰਤ, ਥੋੜਾ ਹੋਰ ਜ਼ਿਆਦਾ ਕੌਨਫੀਡੈਂਟ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹੈ ਮਨਵੀਰ ਸਿੰਘ ਤੇ ਮੈਂ ਬਰੈਂਪਟਨ ਤੋਂ ਮੂਵ ਹੋਇਆ ਸੀ ਵਿਨੀਪੈਗ ਤੇ ਮੈਂ ਸਰਚ ਕਰਦਾ ਸੀਗਾ ਬੈਸਟ ਹੇਅਰ ਸਲੂਨ ਇਨ ਵਿਨੀਪੈਗ ਤੇ ਮੈਨੂੰ ਪਹਿਲੇ ਨੰਬਰ ਤੇ ਆਇਆ ਆਰਜੇ ਹੇਅਰ ਸਲੂਨ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹੈ ਤਰੁਣ। ਮੈਂ ਤੁਹਾਨੂੰ ਰეკਮੈਂਡ ਕਰਾਂਗਾ ਕਿ ਆਰਜੇ ਹੇਅਰ ਸਲੂਨ ਤੇ ਆਓ ਤੇ ਇੱਥੇ ਤੁਹਾਨੂੰ ਆਪਣੇ ਹਰ ਤਰ੍ਹਾਂ ਦੀ ਹੇਅਰ ਸਟਾਈਲਿੰਗ ਔਰ ਬੀਅਰਡ ਸਟਾਈਲਿੰਗ ਮਿਲ ਜੇਗੀ। Hi, my name is Lindsay. I've been coming to RJ Hair Salon since they opened up 4 years ago, and Jazz has always been fantastic with my hair. ਅਸੀਂ ਸਿਰਫ ਹੇਅਰ ਕੱਟ ਨਹੀਂ ਕਰਦੇ ਬਲਕਿ ਤੁਹਾਡੀ ਖੂਬਸੂਰਤੀ ਸੰਵਾਰਦੇ ਹਾਂ, ਕਿਉਂਕਿ ਸਾਡਾ ਮੰਨਣਾ ਹੈ ਜਦੋਂ ਤੁਸੀਂ ਖੁਦ ਨੂੰ ਚੰਗੇ ਲੱਗਦੇ ਹੋ ਤਾਂ ਤੁਹਾਨੂੰ ਸਭ ਚੰਗਾ ਲੱਗਦਾ ਹੈ। Your own saloon, your own style. ਤਾਂ ਇਸ ਨਾਲ ਹੀ ਸਾਡੀ ਅਨਦਰ ਆਰਜੇ ਹੇਅਰ ਸਲੂਨ ਦੀ ਬ੍ਰਾਂਚ ਓਪਨ ਹੋ ਰਹੀ ਹੈ ਜਿਹਦੀ ਕਿ ਲੋਕੇਸ਼ਨ ਆ 601 ਮਨਰੋ ਐਵੇਨਿਊ। ਤਾਂ ਤੁਸੀਂ ਉੱਥੇ ਵੀ ਜ਼ਰੂਰ ਵਿਜ਼ਿਟ ਕਰ ਸਕਦੇ ਹੋ। ਈਸਟ ਦੇ ਵਿੱਚ ਰਹਿੰਦੇ ਕਸਟਮਰਸ ਲਈ ਨੇੜੇ ਆ ਤੇ ਸਾਡਾ ਕੰਟੈਕਟ ਨੰਬਰ ਆ 2049988959। ਆਪਣੇ ਵਾਲਾਂ ਦੀ ਸਕਿਨ ਨੂੰ ਦਿਓ ਇੱਕ ਨਵੀਂ ਪਹਿਚਾਨ। ਅੱਜ ਹੀ ਕਾਲ ਕਰੋ ਜਾਂ ਵਿਜ਼ਿਟ ਕਰੋ ਆਰਜੇ ਹੇਅਰ ਸੈਲੂਨ। ਤੁਹਾਡੀਆਂ ਗੱਡੀਆਂ ਲਈ ਕਿਸੇ ਵੀ ਤਰ੍ਹਾਂ ਦੀ ਮੁਰੰਮਤ ਜਾਂ 4 ਵੀਲਰ ਹੈਲਪਲਾਈਨ ਜੇਕਰ ਤੁਸੀਂ ਭਾਲ ਰਹੇ ਹੋ ਤਾਂ ਸੰਪਰਕ ਕਰੋ ਤੁਹਾਡੇ ਆਪਣੇ ਸ਼ਹਿਰ ਵਿਨੀਪੈਗ 'ਚ ਟਾਊਨ ਆਟੋ ਬਾਡੀ ਵਿਖੇ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹੈਗਾ ਸ਼ਮਸ਼ੇਰ ਸਿੰਘ, ਟਾਊਨ ਆਟੋ ਬਾਡੀ ਤੋਂ। ਰੱਬ ਨਾ ਕਰੇ ਤੁਹਾਡੀ ਗੱਡੀ ਨੂੰ ਕੁਝ ਹੋ ਜਾਂਦਾ ਵਾ ਤੇ ਤੁਸੀਂ ਸਿੱਧਾ ਟਾਊਨ ਆਟੋ ਬਾਡੀ ਤੇ ਆਓ। ਅਸੀਂ ਇੱਥੇ ਇਹ ਸਾਡੀ ਜਿਹੜੀ ਸ਼ਾਪ ਹੈਗੀ ਡਾਇਰੈਕਟ ਰਿਪੇਅਰ ਸ਼ਾਪ ਹੈਗੀ ਆ। ਅਸੀਂ ਆਪਣੇ ਆਪ ਹੀ ਐਮਪੀਏ ਨੂੰ ਕਾਲ ਕਰਕੇ ਤੁਹਾਡੀ ਗੱਡੀ ਦਾ ਕਲੇਮ ਖੋਲ੍ਹ ਦਿੰਦੇ ਹਾਂ ਤੇ ਤੁਹਾਡੀ ਗੱਡੀ ਦਾ ਐਸਟੀਮੇਟ ਬਣਾ ਕੇ ਐਮਪੀਏ ਨੂੰ ਭੇਜ ਦਿੰਦੇ ਹਾਂ। ਕੋਈ ਵੀ ਤੁਹਾਡੀ ਗੱਡੀ ਤੇ ਸਕ੍ਰੈਚ, ਡੈਂਟ ਜਾਂ ਕੋਈ ਤੁਹਾਡੀ ਗੱਡੀ ਦੇ ਕੋਈ ਸ਼ੀਸ਼ੇ ਤੋੜ ਗਿਆ ਵਾ, ਤੁਸੀਂ ਸਾਨੂੰ ਕਾਲ ਕਰੋ, ਅਸੀਂ ਆਪਣੇ ਆਪ ਹੀ ਗਲਾਸ ਕਲੇਮ ਖੋਲ੍ਹ ਲੈਂਦੇ। ਇਹ ਸ਼ਾਪ ਜਿਹੜੀ ਆ ਇਹ ਐਮਪੀਏ ਦੀ ਕ੍ਰੈਡਿਟਡ ਸ਼ਾਪ ਹੈਗੀ ਆ ਵਾ। ਅਸੀਂ ਸਿੱਧੀ ਡਾਇਰੈਕਟ ਬਿਲਿੰਗ ਕਰਦੇ ਹਾਂ ਐਮਪੀਏ ਨੂੰ। ਇੱਥੇ ਹੀ ਅਸੀਂ ਆਪ ਹੀ ਗਲਾਸ ਕਲੇਮ ਵੀ ਖੋਲ੍ਹਦੇ ਹਾਂ। ਤੁਹਾਨੂੰ ਗਲਾਸ ਕਲੇਮ ਖੋਲ੍ਹਣ ਦੀ ਫੋਨ ਦੀ ਲੋੜ ਨਹੀਂ ਹੈਗੀ, ਅਸੀਂ ਆਪਣੇ ਆਪ ਇੱਥੇ ਗਲਾਸ ਕਲੇਮ ਖੋਲ੍ਹਦੇ। ਜਦੋਂ ਤੱਕ ਤੁਹਾਡੀ ਗੱਡੀ ਇੱਥੇ ਸ਼ਾਪ 'ਤੇ ਰਹੂਗੀ ਉਦੋਂ ਤੱਕ ਅਸੀਂ ਕਾਰ ਰੈਂਟਲ ਵੀ ਦੇਵਾਂਗੇ। ਵੈਨਾਂ, ਟਰੱਕ, SUV ਕੋਈ ਵੀ ਤੁਹਾਨੂੰ ਕਾਰ ਰੈਂਟਲ ਵੀ ਚਾਹੀਦੀ ਹੋਈ ਅਸੀਂ ਕਾਰ ਰੈਂਟਲ ਵੀ ਤੁਹਾਨੂੰ ਦੇਵਾਂਗੇ। ਆਪਣੀ ਸ਼ਾਪ ਲੋਕੇਸ਼ਨ ਹੈਗੀ ਆ 64 ਸਾਲਟਰ ਸਟਰੀਟ ਵਿਨੀਪੈਗ ਦੇ ਵਿੱਚ। ਜਿਵੇਂ ਤੁਹਾਨੂੰ ਪਤਾ ਹੀ ਹੈ ਸਨੋ ਆ ਰਹੀ ਹੈ ਵਿਨੀਪੈਗ ਦੇ ਵਿੱਚ, ਉਵੇਂ ਤੁਹਾਡੇ ਲਈ ਅਸੀਂ ਵਿੰਟਰ ਟਾਇਰ ਪ੍ਰੋਗਰਾਮ ਲੈ ਕੇ ਆਏ। ਐਮਪੀਏ ਦਾ ਵਿੰਟਰ ਟਾਇਰ ਪ੍ਰੋਗਰਾਮ ਆ, ਉਹਦੇ ਵਿੱਚ $2000 ਤੱਕ ਤੁਹਾਨੂੰ ਐਮਪੀ ਹੀ ਲੋਨ ਦਿੰਦੀ ਆ। ਵਿੰਟਰ ਟਾਇਰ ਪ੍ਰੋਗਰਾਮ ਵਿੱਚ ਅਲੋਏ ਵੀਲਸ, ਟਾਇਰ ਅਲਾਈਨਮੈਂਟ ਤੁਸੀਂ ਕਰਵਾ ਸਕਦੇ ਹੋ। ਕੋਈ ਵੀ ਤੁਹਾਨੂੰ ਜਾਣਕਾਰੀ ਦੀ ਲੋੜ ਆ ਤੁਸੀਂ ਸਾਨੂੰ ਜਦੋਂ ਮਰਜ਼ੀ ਫੋਨ ਕਰ ਲਓ 2044211300 ਤੇ, ਜਾਂ ਤੁਸੀਂ ਸਾਡੀ ਵੈਬਸਾਈਟ ਤੇ ਜਾ ਲਓ www.townautobody.ca। ਉਹਦੇ ਵਿੱਚ ਤੁਸੀਂ 24/7 ਲਾਈਵ ਚੈਟ ਤੁਸੀਂ ਏਜੰਟ ਦੇ ਨਾਲ ਕਰ ਸਕਦੇ ਹੋ। ਥੈਂਕ ਯੂ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਮੇਰੀ ਗੱਡੀ ਦਾ ਇੱਥੇ ਇੱਕ ਡੈਂਟ ਜਿਹਾ ਪੈ ਗਿਆ ਸੀਗਾ। ਉਸ ਤੋਂ ਬਾਅਦ ਮੈਂ ਇਹਨਾਂ ਕੋਲ ਟਾਊਨ ਆਟੋ ਬਾਡੀ ਵਾਲਿਆਂ ਕੋਲ ਆਇਆ ਤੇ
MPI ਤੋਂ ਕਲੇਮ ਲੈਣ ਤੋਂ ਬਾਅਦ ਇਹਨਾਂ ਕੋਲ ਗੱਡੀ ਆਪਾਂ ਨੇ ਰੱਖ ਦਿੱਤੀ ਤੇ ਥੋੜੀ ਦਿਨਾਂ ਦੇ ਵਿੱਚ ਇਹਨਾਂ ਨੇ ਗੱਡੀ ਮੇਰੀ ਪੂਰੀ ਚੰਗੀ ਤਰ੍ਹਾਂ ਮੁਕੰਮਲ ਕਰਕੇ ਸਹੀ ਕਰਕੇ ਦੇ ਦਿੱਤੀ ਹੈ ਤੇ ਨਾਲ ਦੀ ਨਾਲ ਇਹਨਾਂ ਨੇ ਗੱਡੀ ਦੀ ਮੇਰੀ ਦੀ ਡਿਟੇਲਿੰਗ ਵੀ ਕਰਤੀ, ਧੋਤੀ ਤੇ ਗੱਡੀ ਪੂਰੀ ਲਿਸ਼ਕਾਤੀ ਤੇ ਬਹੁਤ ਵਧੀਆ ਜਿਹੜੀ ਆ ਕਸਟਮਰ ਸਰਵਿਸ ਵੀ ਦਿੰਦੇ ਨੇ। ਤੇ ਜੇਕਰ ਤੁਹਾਨੂੰ ਉਸ ਟਾਈਮ ਤੇ ਜੇਕਰ ਤੁਹਾਡੀ ਗੱਡੀ ਖਰਾਬ ਹੋਈ ਹੈ ਤੇ ਕੋਈ ਰੈਂਟਲ ਗੱਡੀ ਤੁਸੀਂ ਚਲਾਉਣ ਨੂੰ ਲੈਣੀ ਹੈ ਤੇ ਉਹ ਵੀ ਜਿਹੜੀ ਹੈ ਤੁਹਾਨੂੰ ਪ੍ਰੋਵਾਈਡ ਕਰ ਦਿੰਦੇ ਨੇ। ਮੈਂ ਤੁਹਾਨੂੰ ਹਾਈਲੀ ਰਿਕਮੈਂਡ ਕਰਾਂਗਾ ਵਿਨੀਪੈਗ ਏਰੀਆ ਦੇ ਵਿੱਚ ਜਾਂ ਤੁਸੀਂ ਕਿਸੇ ਹੋਰ ਲਾਗ ਪਾਸ ਦੇ ਏਰੀਆ ਦੇ ਵਿੱਚ ਤੁਹਾਡੀ ਗੱਡੀ ਆ ਖਰਾਬ ਹੁੰਦੀ ਹੈ, ਤੁਸੀਂ ਇਹਨਾਂ ਕੋਲ ਪਹੁੰਚੋ ਤੇ ਬਹੁਤ ਹੀ ਵਧੀਆ ਸਰਵਿਸ ਤੇ ਜਲਦੀ ਜਿਹੜੀ ਤੁਹਾਨੂੰ ਆ ਤੁਹਾਡੀ ਗੱਡੀ ਚਲਦੀ ਕਰਕੇ ਦੇ ਦਿੰਦੇ ਨੇ। ਥੈਂਕ ਯੂ ਜੀ। ਸਰਵਿਸ ਦਾ ਲਾਭ ਉਠਾਉਣ ਲਈ ਹੁਣੇ ਕੰਟੈਕਟ ਕਰੋ ਟਾਊਨ ਆਟੋ ਬਾਡੀ 64 ਸੈਲਟਰ ਸਟਰੀਟ, ਵਿਨੀਪੈਗ MB, ਕੈਨੇਡਾ, ਮੈਨੀਟੋਬਾ। ਸਾਡਾ ਕੰਟੈਕਟ ਨੰਬਰ ਹੈ +1204 421 1300।